अस्सलाम वालेकुम सज्जनों ਤੇ ਮਿੱਤਰੋ ਜੀ ਆਇਆਂ ਨੂੰ। ਅੱਜ ਜਿਹੜੀ ਸ਼ਖਸੀਅਤ ਸਾਡੇ ਨਾਲ ਮੌਜੂਦ ਨੇ, ਖਾਸ ਤੌਰ ਤੇ ਮੈਂ ਇਹਨਾਂ ਦਾ ਤਾਰਫ ਬਹੁਤ ਲੰਬਾ ਚੌੜਾ ਨਹੀਂ ਕਰਵਾ ਸਕਦਾ ਕਿਉਂਕਿ ਬੜੀ ਜ਼ਿਆਦਾ ਨਿੱਘ ਹੈ। ਗੱਲ ਸ਼ੁਰੂ ਕਰਾਂਗਾ ਤੇ ਮੇਰਾ ਖਿਆਲ ਹੈ ਕਿ ਗੱਲ ਮੁੱਕਣੀ ਨਹੀਂ ਇਹਨਾਂ ਦੇ ਬਾਰੇ 'ਚ। ਸਿੰਪਲ ਜੀ ਇਹ ਗੱਲ ਹੈ ਕਿ ਨਜਮ ਫੈਲੋਜ਼ ਦੇ ਸਰਪ੍ਰਸਤ ਆਲਾ ਨੇ, ਮੇਰੇ ਉਸਤਾਦ ਮੁਹਤਰਮ ਨੇ, ਤੇ ਬੜੀ ਕੋਸ਼ਿਸ਼ ਤੋਂ ਬਾਅਦ ਇਹਨਾਂ ਨੂੰ ਇਸ ਹੌਟ ਸੀਟ ਤੇ ਲਿਆਂਦਾ ਗਿਆ ਹੈ ਤੇ ਇਹਨਾਂ ਨਾਲ ਕੁਛ ਗੱਲਬਾਤ ਸਾਂਝੀ ਕਰਦੇ ਹਾਂ, ਦੇਖਦੇ ਹਾਂ ਕਿ ਸਾਨੂੰ ਕੁਛ ਮਜ਼ੀਦ ਜਿਹੜੀਆਂ ਚੀਜ਼ਾਂ ਸਿੱਖਣ ਨੂੰ ਮਿਲਦੀਆਂ ਨੇ। ਤੇ ਮੈਂ ਮੁਲਤਮਿਸ ਹਾਂ ਜਨਾਬ ਨਸੀਰ ਅਹਿਮਦ ਸਾਹਿਬ ਤੋਂ ਕਿ ਉਹ ਸਾਡੇ ਨਾਲ ਗੱਲਬਾਤ ਕਰਨ। ਸਰ ਜੀ ਆਇਆਂ ਨੂੰ। ਬਹੁਤ ਸ਼ੁਕਰੀਆ ਜੀ, ਬੜੀ ਮੁਹੱਬਤ। ਸਰ ਅੰਦਾਜ਼ੇ ਨਜਮ ਅਸੀਂ ਜਿਹੜਾ ਸੈਗਮੈਂਟ ਹੈ ਤੁਹਾਡੀ ਮੁਸ਼ਾਵਰਤ ਦੇ ਨਾਲ ਤਰਤੀਬ ਦਿੱਤਾ ਹੈ ਤੇ ਤੁਸੀਂ ਜ਼ਰਾ ਇਹਦੇ ਤੇ ਰੋਸ਼ਨੀ ਪਾਓ ਕਿ ਇਹਦੇ ਵਿੱਚ ਅਸੀਂ ਕੀ ਜਿਹੜਾ ਵਾ ਚੀਜ਼ਾਂ ਲੈ ਕੇ ਆ ਰਹੇ ਹਾਂ ਔਰ ਕਿਸ ਤਰ੍ਹਾਂ ਦੀਆਂ ਚੀਜ਼ਾਂ ਇਹਦੇ ਵਿੱਚ ਮੌਜੂਦ ਹੋਣੀਆਂ ਚਾਹੀਦੀਆਂ ਨੇ ਮਜ਼ੀਦ। ਸਰ ਇਹਦੇ ਤੇ ਤੁਸੀਂ ਆਪਣਾ ਸਵਾਲ ਮੈਨੂੰ ਪੁੱਛਣ ਦੇ, ਤੇ ਸਵਾਲ ਮੈਂ ਤੁਹਾਡੇ ਕੋਲ ਪੁੱਛਣਾ ਸੀ। ਬਸ ਤੁਸੀਂ ਦੱਸੋ ਕਿ ਇਹਦੇ 'ਚ ਕੀ ਚੀਜ਼ਾਂ ਹੋਣੀਆਂ ਚਾਹੀਦੀਆਂ ਨੇ, ਕੀ ਲੈ ਕੇ ਮੈਂ ਉਹ ਪੂਰੀ ਮੁਸ਼ਾਵਰਤ ਟੀਮ ਦਾ ਹਿੱਸਾ ਹੀ ਸੀ ਨਾ। ਸੋ ਮੈਂ ਵੀ ਕੁਝ ਮਸ਼ਵਰੇ ਦਿੱਤੇ ਹੋਣਗੇ, ਕੁਝ ਹੋਰ ਦੋਸਤਾਂ ਨੇ ਵੀ ਮਸ਼ਵਰੇ ਦਿੱਤੇ ਹੋਣਗੇ ਜਿਹਦੇ ਨਾਲ ਇਹ ਪ੍ਰੋਗਰਾਮ ਤੁਸੀਂ ਤਰਤੀਬ ਦਿੱਤਾ ਔਰ ਤੁਸੀਂ ਇਸ ਗੱਲ ਨੂੰ ਜ਼ਿਆਦਾ ਬਿਹਤਰ ਤਰੀਕੇ ਨਾਲ ਅਹਾਤਾ ਕਰ ਸਕਦੇ ਹੋ ਕਿ ਇਹ ਕੀ ਹੈ ਔਰ ਕਿਸ ਤਰ੍ਹਾਂ ਹੋਣਾ ਚਾਹੀਦਾ। ਸੋ ਜਿਸ ਤਰ੍ਹਾਂ ਜ਼ਿਹਨ 'ਚ ਚੀਜ਼ਾਂ ਆਉਂਦੀਆਂ ਨੇ ਉਸ ਨਾਲ ਅਸੀਂ ਡਿਸਕਸ ਵੀ ਕਰਦੇ ਰਹਿੰਦੇ ਹਾਂ। ਬਿਲਕੁਲ ਠੀਕ ਹੈ। ਅੱਛਾ ਸਰ, ਮੈਨੂੰ ਇੱਕ ਬੇਸਿਕ ਚੀਜ਼ ਹੈ, ਅਸੀਂ ਜਿਹੜੀ ਇੱਕ ਜ਼ਿਕਰ ਕਰੀਦਾ ਜਦੋਂ ਅਸੀਂ ਸ਼ਾਇਰੀ ਦੀ ਗੱਲ ਕਰੀਦੀ ਹੈ, ਸ਼ਾਇਰੀ ਦੀ ਅਸੀਂ ਗੱਲ ਕਰੀਏ ਤੇ ਅਸੀਂ ਉਸਤਾਦ ਦਾਮਨ ਨਾਲ ਜਾਈਦਾ, ਫਿਰ ਉਸ ਤੋਂ ਬਾਅਦ ਸਾਈਂ ਅਖਤਰ ਲਾਹੌਰੀ ਸਾਹਿਬ ਵੱਲ ਆਈਦਾ, ਫਿਰ ਉਹ ਤੁਹਾਡੇ ਤੇ ਸਿਲਸਿਲਾ ਆਉਂਦਾ ਤੇ ਫਿਰ ਮੇਰੇ ਤੇ ਵੀ ਪਹੁੰਚਦਾ ਹੈ। ਤੇ ਮੈਨੂੰ ਇਹ ਦੱਸੋ ਇਸ ਸਿਲਸਿਲੇ ਨੂੰ ਤੁਸੀਂ ਕਿਵੇਂ ਵੇਖਦੇ ਹੋ ਔਰ ਇਹ ਜਿਹੜੇ ਸਾਜ਼ਾ ਨੇ ਉਸਤਾਦ ਦਾਮਨ ਸਾਹਿਬ ਦੀ ਸ਼ਖਸੀਅਤ ਔਰ ਸਾਈਂ ਅਖਤਰ ਲਾਹੌਰੀ ਸਾਹਿਬ ਦੀ ਜਿਹੜੀ ਸੰਗਤ ਔਰ ਸ਼ਖਸੀਅਤ ਉਹਦੇ ਬਾਰੇ 'ਚ ਕੁਛ ਰੋਸ਼ਨੀ ਪਾਓ ਸਾਡੇ। ਜਿਹੜੀ ਤੇ ਗੱਲ ਹੈ ਨਾ ਉਸਤਾਦ ਦਾਮਨ ਸਾਹਿਬ ਦੀ ਸ਼ਾਇਰੀ ਦਾ ਜਿਹੜਾ ਉਸਲੂਬ ਹੈਗਾ ਔਰ ਸਾਈਂ ਜੀ ਦਾ, ਉਸ ਤੋਂ ਪਹਿਲੇ ਉਸਤਾਦ ਹਮਦਮ ਸਨ, ਇਹਨਾਂ ਦਾ ਮਾਮਲਾ ਸੀ ਅਵਾਮੀ ਸ਼ਾਇਰੀ ਦਾ। ਠੀਕ ਹੈ। ਉਸਤਾਦ ਅਲੀ ਤਾਰੀਖ ਦੇ ਜਿਸ ਇਰਾ 'ਚੋਂ ਗੁਜ਼ਰ ਰਹੇ ਸਨ, ਉਹ ਤੁਹਾਨੂੰ ਪਤਾ ਹੈ ਉਹ ਇੱਕ ਤਰ੍ਹਾਂ ਦਾ ਤਖਲੀਕੇ ਪਾਕਿਸਤਾਨ ਦਾ ਔਰ ਉਹ ਸਾਰੀ ਜੱਦੋ ਜਹਿਦ ਦਾ ਦੌਰ ਸੀ। ਉਹਦੇ ਵਿੱਚ ਲੋਕ ਜੁੜੇ ਹੋਏ ਸਨ, ਕੰਮ ਕਰ ਰਹੇ ਸਨ, ਜਿੱਦਾਂ ਜੋ ਵੀ ਨਜ਼ਰੀਆ ਸੀ ਉਹਦੇ ਮੁਤਾਬਕ ਉਹ ਚੱਲ ਰਹੇ ਸਨ। ਉਹਦੇ ਬਾਅਦ ਫਿਰ ਇੱਕ ਟਾਈਮ ਆਇਆ ਕਿ ਮੁਲਕ ਬਣ ਗਿਆ, ਉਸਤਾਦ ਜੀ ਨੇ ਨਾ ਲਾਹੌਰ ਛੱਡਿਆ ਨਾ ਛੱਡਣਾ ਸੀ, ਲਾਹੌਰ 'ਚ ਹੀ ਰਹੇ। ਫਿਰ ਉਹਦੇ ਬਾਅਦ ਸਾਈਂ ਜੀ ਦਾ ਦੌਰ ਆ ਗਿਆ। ਮੈਂ ਉਹ ਦੌਰ ਉਸਤਾਦ ਹੋਰਾਂ ਦਾ ਨਹੀਂ ਦੇਖਿਆ। ਮੈਂ ਸਾਈਂ ਜੀ ਕੋਲ ਆਇਆ ਸ਼ਾਇਦ ਉਦੋਂ ਸਾਈਂ ਜੀ ਦੀ ਸ਼ਾਇਦ ਆਖਰੀ ਮੇਰੇ ਖਿਆਲ 20 ਸਾਲ ਹੋਣਗੇ ਉਹਨਾਂ ਦੀ ਲਾਈਫ 'ਤੇ, ਜਿਹੜੇ ਮੈਂ ਉਹਨਾਂ ਨਾਲ 14-15 ਸਾਲ ਗੁਜ਼ਾਰੇ। ਉਸ ਦੌਰ ਦੇ ਵਿੱਚ ਸਾਈਂ ਜੀ ਆਪਣੀ ਜ਼ਿੰਦਗੀ ਦਾ ਇੱਕ ਵੱਡਾ ਹਿੱਸਾ ਗੁਜ਼ਾਰ ਚੁੱਕੇ ਸਨ। ਠੀਕ ਹੈ। ਕਦੀ ਉਹਨਾਂ ਨਾਲ ਗੱਲ ਹੁੰਦੀ ਸੀ, ਉਹਨਾਂ ਦੇ ਵਾਲਿਦ ਸਾਹਿਬ ਦੁੱਲਾ ਰਾਜ, ਉਹਨਾਂ ਨੂੰ ਲੋਕੀ ਜਾਣਦੇ ਨੇ, ਉਸਤਾਦ ਬੜੇ ਗੁਲਾਮ ਅਲੀ ਖਾਨ ਸਾਹਿਬ ਦੇ ਸ਼ਾਗਿਰਦ ਸਨ ਉਹ, ਔਰ ਰਾਜ ਮਿਸਰੀ ਦਾ ਕੰਮ ਉਹਨਾਂ ਨੇ ਸ਼ਾਇਦ ਕਦੀ ਕੀਤਾ ਹੋਵੇ ਜਿਹਦੀ ਵਜ੍ਹਾ ਤੋਂ ਲੋਕੀ ਉਹਨਾਂ ਨੂੰ ਦੁੱਲਾ ਰਾਜ ਕਹਿੰਦੇ ਸਨ। ਅਤੇ ਉਹ ਉਹਨਾਂ ਨੂੰ ਵੀ ਸਿਰਫ ਅਸੀਂ ਉਹਨਾਂ ਦਾ ਤਜ਼ਕਰਾ ਸੁਣਿਆ। ਮੇਰੇ ਜਿਹੜੇ ਮਿਊਜ਼ਿਕ ਦੇ ਉਸਤਾਦ ਨੇ ਪ੍ਰਵੇਸ਼ ਪਾਰ ਸਾਹਿਬ, ਉਹੀ ਉਹਨਾਂ ਨੇ ਮਤਲਬ ਕੁਛ ਇਨਫੋਰਮੇਸ਼ਨ ਦਿੱਤੀ। ਕਦੀ ਸਾਈਂ ਜੀ ਨਾਲ ਗੱਲ ਵੀ ਹੁੰਦੀ ਵੀ ਸੀ ਉਹਨਾਂ ਦੇ ਮੌਜੂ 'ਤੇ, ਲੇਕਿਨ ਸਾਈਂ ਜੀ ਬਹੁਤ ਡਿਟੇਲ ਨਾਲ ਨਹੀਂ ਦੱਸਦੇ ਕਿਉਂਕਿ ਅਸੀਂ ਲੋਕਾਂ ਕੋਲ ਇਹੀ ਸੁਣਿਆ ਕਿ ਉਹ ਬਹੁਤ ਦਰਵੇਸ਼ ਤਬਾਦ ਵੀ ਸਨ ਜਿਹੜੇ ਅਬਦੁੱਲਾ ਰਾਜ ਸਾਹਿਬ ਸਨ। ਅਤੇ ਉਹ ਆਪਣੇ ਉਸਤਾਦ ਦੇ ਨਾਲ ਰਹੇ ਸਾਰੀ ਜ਼ਿੰਦਗੀ, ਗਾਇਆ ਵੀ ਨਹੀਂ ਕਿ ਮੇਰਾ ਉਸਤਾਦ ਗਾ ਰਿਹਾ ਅਤੇ ਮੈਂ ਕਿਉਂ ਗਾਵਾਂ। ਸੋ ਪਤਾ ਨਹੀਂ ਸ਼ਾਇਦ ਇਤਫਾਕ ਬਣਿਆ, ਮੈਂ ਉਹਨੂੰ ਕਦੀ ਪਲਾਨ ਨਹੀਂ ਕੀਤਾ, ਲੇਕਿਨ ਜਿੰਨੀ ਦੇਰ ਸਾਈਂ ਜੀ ਖੁਦ ਹਯਾਤ ਰਹੇ ਮੈਂ ਕਦੀ ਮਾਈਕ 'ਤੇ ਜਾਂ ਡਾਈਸ 'ਤੇ ਨਹੀਂ ਆਇਆ। ਅੱਛਾ। ਹਾਂ। ਅਤੇ ਉਹਦੇ ਤੋਂ ਬਾਅਦ ਹੀ ਅਕੈਡਮੀ ਦੇ ਵਿੱਚ ਉਸਤਾਦ ਦਾਮਨ ਅਕੈਡਮੀ ਬਣ ਗਈ ਸੀ। ਪਹਿਲੇ ਉਸਤਾਦ ਦਾਮਨ ਮੈਮੋਰੀਅਲ ਕੌਂਸਲ, ਫਿਰ ਉਸਤਾਦ ਦਾਮਨ ਅਕੈਡਮੀ ਬਣ ਗਈ। ਉਹ ਉੱਥੇ ਸਵਾਲ ਪੈਦਾ ਹੋਇਆ ਕਿ ਸਾਈਂ ਜੀ ਤੋਂ ਬਾਅਦ ਹੁਣ ਕੋਈ ਸਾਡੇ ਕੋਲ ਕੋਈ ਸ਼ਾਇਰ ਹੋਣਾ ਚਾਹੀਦਾ। ਅਤੇ ਮੇਰਾ ਜਿਹੜਾ ਆਪਣਾ ਤਰੀਕਾਕਾਰ ਹੈ ਕਿ ਮੈਂ ਉਸ ਤਰ੍ਹਾਂ ਦੀ ਸ਼ਾਇਰੀ ਨਹੀਂ ਸੀ ਕਰ ਰਿਹਾ, ਸ਼ਾਇਦ ਮੇਰਾ ਮਿਜ਼ਾਜ ਨਹੀਂ ਸੀ। ਸ਼ੁਰੂ ਮੈਂ ਉਸ ਤਰ੍ਹਾਂ ਹੀ ਕੀਤਾ, ਅਵਾਮੀ ਮਸਾਇਲ ਔਰ ਇਹ ਉਹ, ਬਾਅਦ ਇਹ ਲਿਟਰੇਚਰ ਔਰ ਫਿਰ ਇਹ ਸਾਰਾ ਕੁਛ ਔਰ ਗਜ਼ਲ ਔਰ ਇਹੋ ਜਿਹੀ ਚੀਜ਼ਾਂ ਦੀ ਤਰਫ ਮੇਰੀ ਜਿਹੜੀ ਜ਼ਿਆਦਾ ਇੰਸਪਾਇਰੇਸ਼ਨ ਸੀ ਉਹ ਕੁਝ ਰੂਹਾਨੀ ਕਿਸਮ ਦੀ ਤੁਸੀਂ ਕਹਿ ਸਕਦੇ ਹੋ, ਕਾਫੀ ਵੱਲ ਔਰ ਇਹਨਾਂ ਚੀਜ਼ਾਂ ਵੱਲ। ਮੈਂ ਆਵਾਮ ਦੇ ਮਸਾਇਲ ਨਾਲ ਮੈਨੂੰ ਜੁੜਿਆ ਹੋਣਾ ਚਾਹੀਦਾ ਸੀ ਇੱਕ ਸ਼ਾਇਰ ਹੋਣ ਦੀ ਹੈਸੀਅਤ ਨਾਲ, ਲੇਕਿਨ ਮੈਂ ਉਸ ਤਰ੍ਹਾਂ ਸ਼ਾਇਦ ਨਹੀਂ ਜੁੜ ਸਕਿਆ ਜਿਸ ਤਰ੍ਹਾਂ ਮੇਰੇ ਸਾਥੀਆਂ ਜੁੜੇ ਹੋਏ ਸਨ। ਅੱਛਾ, ਸਾਈਂ ਅਖਤਰ ਲਾਹੌਰੀ ਸਾਹਿਬ ਦੀ ਜਦੋਂ ਵਫਾਤ ਹੋਈ ਹੈ ਉਦੋਂ ਤੁਸੀਂ ਕੁਛ ਜ਼ਿਕਰ ਕਰਦੇ ਹੁੰਦੇ ਹੋ ਅਕਸਰ ਕਿ ਮਤਲਬ ਉਹਨਾਂ ਦੀ ਜਿਹੜੇ ਪੈਰਾਂ ਵੱਲ ਤੁਸੀਂ ਖੜੇ ਹੋ ਕੇ ਤੇ। ਹਾਂ, ਸਾਈਂ ਜੀ ਉੱਥੇ ਹਸਪੀਟਲ ਐਡਮਿਟ ਸਨ। ਮੈਨੂੰ ਇੱਕ ਮੁਹੰਮਦ ਇਕਬਾਲ ਮੁਹੰਮਦ ਸਾਹਿਬ ਹੈਗੇ ਨੇ ਸਾਡੇ ਜਿਹੜੇ ਸਦਰ, ਉਹਨਾਂ ਦਾ ਫੋਨ ਆਇਆ ਕਿ ਯਾਰ ਉਸਤਾਦ ਜੀ ਦੀ ਤਬੀਅਤ ਖਰਾਬ ਹੈ, ਤੂੰ ਅਗਰ ਮਿਲਣਾ ਹੈ ਤਾਂ ਮਿਲ ਲੈ।
ਤੇ ਮੈਂ ਗਿਆ ਤਾਂ ਉਧਰ ਸਾਈਂ ਜੀ ਮਤਲਬ ਮੈਂ ਉਹ ਇੱਕ ਅਲੱਗ ਤੋਂ ਇੱਕ ਪ੍ਰੋਗਰਾਮ ਦਾ ਤਕਾਜ਼ਾ ਹੈ ਕਿ ਜਿਹੜਾ ਸਿਰਫ ਸਾਈਂ ਜੀ ਦੇ ਮੁਤਲਕ ਕੀਤਾ ਜਾਏ। ਉਹ ਬਹੁਤ ਹੀ ਅਜੀਬੋ-ਗਰੀਬ ਤਬੀਅਤ ਦੇ ਮਾਲਕ ਸਨ। ਮੈਂ ਆਪਣੀ ਜ਼ਿੰਦਗੀ 'ਚ ਐਡਾ ਵੱਡਾ ਦਰਵੇਸ਼ ਨਹੀਂ ਵੇਖਿਆ ਕਿ ਮੈਂ ਬਿਲਕੁਲ ਬੱਚਾ ਸੀ ਜਦੋਂ ਉਹਨਾਂ ਦੇ ਕੋਲ ਆਇਆ। ਸ਼ਾਇਦ ਨਵਾਂ ਮੈਟ੍ਰਿਕ ਕੀਤਾ ਹੋਣਾ ਜਦੋਂ ਮੈਂ ਸਾਈਂ ਜੀ ਦੇ ਕੋਲ ਆ ਗਿਆ। ਮੁਬਾਦਿਆਤ ਜਿਹੜੇ ਨੇ ਬੇਸਿਕਸ ਮੈਨੂੰ ਉਹਨਾਂ ਨੇ ਦੱਸੇ ਸ਼ਾਇਰੀ ਦੇ। ਮੈਨੂੰ ਉਹਨਾਂ ਨੇ ਸਾਰੀ ਜ਼ਿੰਦਗੀ ਤੂੰ ਕਰਕੇ ਨਹੀਂ ਬੁਲਾਇਆ। ਸਹੀ। ਹਾਂ, ਔਰ ਬਾਕੀ ਤੇ ਗੱਲਾਂ ਹੀ ਹੋਰ ਹੋਣਗੀਆਂ ਨਾ ਕਿ ਉਹਨਾਂ ਨੇ ਮੈਨੂੰ ਕਦੀ ਇਸ ਤਰ੍ਹਾਂ ਬੁਲਾਇਆ ਹੀ ਨਹੀਂ। ਹਮੇਸ਼ਾ ਤੁਸੀਂ ਕਰਕੇ ਬੁਲਾਉਂਦੇ ਸਾਨੂੰ, ਹੋਰ ਲੋਕਾਂ ਨੂੰ ਤੂੰ ਕਰਕੇ ਵੀ ਬੁਲਾਉਂਦੇ ਸਨ। ਮਤਲਬ ਇਹ ਨਹੀਂ ਕਿ ਉਹਨਾਂ ਸਾਰਿਆਂ ਨੂੰ ਇਸ ਤਰ੍ਹਾਂ, ਲੇਕਿਨ ਮਸਲਾ ਹੈ ਕਿ ਪਤਾ ਨਹੀਂ ਉਹਨਾਂ ਨੂੰ ਕੀ ਉਹਨਾਂ ਨੇ ਮੇਰੇ ਇਲਾਵਾ ਕਿਸੇ ਨੂੰ ਸ਼ਾਗਿਰਦ ਤਸਲੀਮ ਵੀ ਨਹੀਂ ਕੀਤਾ। ਉਹਦੇ ਹੋਰ ਬਹੁਤ ਸਾਰੇ ਲੋਕਾਂ ਨੂੰ ਮੈਂ ਦੇਖਿਆ ਉਹਨਾਂ ਕੋਲੋਂ ਸਲਾਹ ਲੈਂਦੇ ਆਇਆ, ਆਪਣੀ ਅੱਖ ਨਾਲ ਮੈਂ ਦੇਖਿਆ। ਲੇਕਿਨ ਉਹ ਤਜ਼ਕਰਾ ਕਰਦੇ ਵਕਤ ਮੈਨੂੰ ਇਹ ਸਾਦਤ ਕਹਿ ਲਓ ਅਸਲੀ ਕੋਈ ਮੈਨੂੰ ਤਜ਼ਕਰਾ ਕਰਦੇ ਸਨ। ਉਹਦੇ ਬਾਅਦ ਫਿਰ ਮੈਂ ਉਹਨਾਂ ਕੋਲੋਂ ਇਜਾਜ਼ਤ ਲੈ ਕੇ ਸਾਈਂ ਜੀ ਕੋਲੋਂ, ਤੇ ਫਿਰ ਚੁੱਕੇ ਉਰਦੂ ਸ਼ਾਇਰੀ ਦੇ ਵੀ ਸਾਡੀ ਤਾਂ ਸਾਰੀ ਤਰਬੀਅਤ ਹੀ ਉਰਦੂ 'ਚ ਹੋਈ ਹੈ। ਉਹ ਫਿਰ ਉਰਦੂ ਸ਼ਾਇਰੀ ਲਈ ਮੈਂ ਫਿਰ ਪੂਨਮ ਸਾਹਿਬ ਕੋਲ ਜਿਹੜਾ ਨਾ ਪੂਨਮ ਅਲਾਹਾਬਾਦੀ ਸਾਹਿਬ ਦਾ ਮੈਂ ਅਗਲਾ ਸਵਾਲ ਕਰਨਾ ਚਾਹੁੰਦਾ ਕਿ ਉਹਨਾਂ ਦੇ ਨਾਲ ਕਿਸ ਤਰ੍ਹਾਂ ਤੁਹਾਡੀ ਨਿੱਘ ਹੋਈ, ਕਿਸ ਤਰ੍ਹਾਂ ਸਾਰਾ ਮਾਹੌਲ? ਉਹ ਕੋਈ ਬਹੁਤ ਲੰਮੀ ਚੌੜੀ ਡਿਟੇਲ ਨਹੀਂ ਹੈ। ਉਹ ਜਿਹੜਾ ਸਿੱਖਣ ਦਾ ਜਾਂ ਤਰਬੀਅਤ ਦਾ ਅਮਲ ਸੀ ਉਹ ਜ਼ਰੂਰ ਇੱਕ ਲੰਮੀ ਡਿਟੇਲ ਹੋਏਗੀ। ਉਹ ਮੈਨੂੰ ਆਪਣਾ ਸ਼ਾਗਿਰਦ ਮੰਨਦੇ ਸਨ, ਸਲਾਹ ਵੀ ਦਿੰਦੇ ਸਨ, ਮੈਂ ਵੀ। ਲੇਕਿਨ ਕੋਈ ਬਾਕਾਇਦਾ ਕੋਈ ਰਸਮੀ ਆਇਆ ਉਹ ਸ਼ਾਇਰਾਂ 'ਚ ਉਸ ਤਰ੍ਹਾਂ ਹੁੰਦਾ ਵੀ ਨਹੀਂ ਹੈ। ਇੱਕ ਅਜੀਬ ਜੀ ਕੁਝ ਸ਼ਾਇਰਾਂ ਨੇ ਮਿਊਜ਼ੀਸ਼ੀਅਨਸ ਤਰ੍ਹਾਂ ਕਰ ਲਈ। ਬਸ ਉਹਨਾਂ ਨੇ मैंने एक दिन पूछा कि कभी कुछ लिखा? मैं कहा उस्ताद कभी कभी मश्क करता हूँ। अच्छा सुना? मैं सुनाना शुरू कर देता हूँ। मैंने सलाह देनी शुरू कर दी थी। उसके बाद फिर मैं आप सुनाना सुनाता होंदा सी, ठीक कर देना। फिर कुछ चीज़ां उन्होंने कोलों पुछियां, कुछ इस तरह ही बस चलता रहा। फिर मैं साईं जी को चूँकि इजाज़त ली सी, और मैं तुहानूं साईं जी की दरवेशी दसना पिया कि उन्होंने मैनूं उस दिन थोड़ा स्ट्रिक्टली कहा कि यार तू ये जरूरत किस तरह महसूस की कि तू मैनूं पुछेगा ये गल। उन्होंने कहा आइंदा तुसीं बिल्कुल नहीं मैं पुछना कि तुसीं किदा शागिर्द होना है। जित्थों भी मिले, जिस तरह भी मिले, जिस तरह भी मिले पुज के लैना है। मतलब ये भी उन्होंने वड्डा पंस उन्होंने कहा नहीं मैं उस तरह तो नहीं गा कि मैं, बल्कि वो खास तरीके नाल कहंदे हुंदे सी गल, ते ਉਹ ਹੋਰ ਤਰ੍ਹਾਂ ਦੇ ਆਦਮੀ ਸੀ। ਅੱਛਾ, ਉਸਤਾਦ ਕਮਰ ਜਲਾਲਵੀ ਦਾ ਤੁਸੀਂ ਜਿਹੜਾ ਇੱਕ ਵਾਕਿਆ ਸੁਣਾ? ਕਮਰ ਜਲਾਲਵੀ ਸਾਹਿਬ ਦੇ ਤੇ ਬਹੁਤ ਸਾਰੇ ਵਾਕਿਆ ਨੇ ਪੂਨਮ ਸਾਹਿਬ ਦੇ ਨਾਲ ਡਿਸਕਸ ਹੁੰਦੇ ਸਨ। ਉਹ ਖੈਰ ਅਗਰ ਤੁਸੀਂ ਸਾਰੀਆਂ ਗੱਲਾਂ ਇਸ ਤਰ੍ਹਾਂ ਪੁੱਛਣੀਆਂ ਤਾਂ ਇੱਕ ਪੋਡਕਾਸਟ 'ਚ ਉਸ ਤਰ੍ਹਾਂ ਨਹੀਂ ਹੋ ਸਕਦੀਆਂ। ਲੇਕਿਨ ਮੈਨੂੰ ਜ਼ਾਤੀ ਤੌਰ 'ਤੇ ਪੂਨਮ ਸਾਹਿਬ ਹੀ ਸਨ ਜਿਨ੍ਹਾਂ ਨੇ ਮੈਨੂੰ ਇਹ ਸਮਝਾਇਆ ਕਿ ਦੁਬਾਰਾ ਪੜ੍ਹਨਾ। ਮੈਂ ਜਦੋਂ ਪੂਨਮ ਸਾਹਿਬ ਕੋਲ ਆਇਆ ਮੈਂ ਕਮਰ ਜਲਾਲਵੀ ਸਾਹਿਬ ਪੜ੍ਹ ਲਏ ਸਨ, ਸਾਰੇ ਕਲਾਸਿਕਸ ਪੜ੍ਹ ਲਏ ਸਨ, ਉਰਦੂ ਦੇ ਵੀ ਪੰਜਾਬੀ ਦੇ ਵੀ। ਲੇਕਿਨ ਉਹਨਾਂ ਨੇ ਮੈਨੂੰ ਕਿਹਾ ਨਹੀਂ ਮੈਨੂੰ ਲੱਗਦਾ ਤੂੰ ਠੀਕ ਤਰੀਕੇ ਨਾਲ ਨਹੀਂ ਪੜ੍ਹਿਆ, ਤੂੰ ਦੁਬਾਰਾ ਪੜ੍ਹ। ਸਹੀ। ਤੇ ਬਹੁਤ ਸਾਰੇ ਕਲਾਸਿਕ ਗਾਲਬ ਖਾਸ ਤੌਰ 'ਤੇ ਉਹਨਾਂ ਨੇ ਦੁਬਾਰਾ ਕਿਹਾ ਪੜ੍ਹ। ਮੀਰ ਨੂੰ ਦੁਬਾਰਾ ਪੜ੍ਹਿਆ ਮੈਂ, ਫਿਰ ਬਾਰ-ਬਾਰ ਪੜ੍ਹਿਆ। ਖੈਰ ਬਾਰ-ਬਾਰ ਪੜ੍ਹਨ ਵਾਲੇ ਸ਼ਾਇਰ ਨੇ, ਲੇਕਿਨ ਕਮਰ ਜਲਾਲਵੀ ਸਾਹਿਬ ਫਿਰ ਖਾਸ ਤੌਰ 'ਤੇ ਦੁਬਾਰਾ ਪੜ੍ਹੇ। ਮੈਨੂੰ ਜਿਹੜੀਆਂ ਗੱਲਾਂ ਦੱਸਦੇ ਸਨ ਉਹ ਜਿਹੜੀ ਸ਼ਾਇਰੀ ਦੀ ਟੈਕਨੀਕਸ ਵਗੈਰਾ ਸਨ ਉਹ ਸਾਰੀਆਂ ਉਹ ਫਿਰ ਉਹਨਾਂ ਨੂੰ ਰੈਲੀਵੈਂਟ ਕਰਕੇ ਦੱਸਦੇ ਹੁੰਦੇ ਸਨ। ਇੱਕ ਤਰੀਕਾ ਸੀ ਕਿਸੇ ਟਾਈਮ ਉਹਦੇ ਨਾਲ ਉਹਦੇ ਮਤਲਬ ਡਿਟੇਲ ਨਾਲ ਗੱਲ ਕਰਾਂਗੇ। ਅੱਛਾ, ਤੁਸੀਂ ਸਾਡਾ ਜਿਹੜਾ ਮਸ਼ਕੇ ਸੁਖਨ ਦਾ ਆਗਾਜ਼ ਕੀਤਾ ਸੀ, ਤੁਸੀਂ ਇੱਕ ਜਿਹੜੀ ਤਰਜ਼ ਲੈ ਕੇ ਸਾਨੂੰ ਪਹਿਲੇ ਸਿਖਾਇਆ ਕਿ ਇਸ ਤਰਜ਼ ਨੂੰ ਯਾਦ ਕਰੋ, ਫਿਰ ਉਸ 'ਤੇ ਜਿਹੜਾ ਮਿਸਰਾ ਸਾਜ਼ੀ ਕਰੋ, ਸਾਰਾ ਕੁਛ ਕਰੋ। ਮੁਖਤਲਿਫ ਜਿਹੜੇ ਅਸਾਜ਼ਾ ਨੇ ਉਹ ਇਹ ਕਹਿੰਦੇ ਨੇ ਕਿ ਜਨਾਬ ਰੂਜ਼ ਸਿੱਖ ਲਓਗੇ ਤੇ ਤੁਹਾਡੇ ਕੋਲੋਂ ਮਿਸਰਾ ਜਿਹੜਾ ਉਹ ਤਰਤੀਬ ਨਹੀਂ ਦਿੱਤਾ ਜਾਏਗਾ। ਇਹਦੇ ਬਾਰੇ ਤੁਹਾਡੀ ਕੀ ਰਾਏ ਹੈ? ਨਹੀਂ, ਇਹ ਅਸਲ ਦੇ ਵਿੱਚ ਮੈਨੂੰ ਨਹੀਂ ਪਤਾ ਕਿ ਮੈਂ ਤਾਂ ਸਮਝਿਆ ਸੀ ਪੋਡਕਾਸਟ ਵਾਸਤੇ ਬੁਲਾਇਆ ਹੈ। ਟੈਕਨੀਕੈਲਿਟੀਜ਼ ਜਿਹੜੀਆਂ ਨੇ ਸਾਰੀਆਂ ਇਹ ਤਾਂ ਫਿਰ ਚੂँकि ਇੱਕ ਖਾਸ ਸਿਲਸਿਲੇ ਨਾਲ ਤਰਤੀਬ ਨਾਲ ਜੁੜੀਆਂ ਹੁੰਦੀਆਂ ਨੇ, ਉਹਨਾਂ ਨੂੰ ਉਸ ਤਰਤੀਬ ਨਾਲ ਹੀ ਡਿਸਕਸ ਕਰਨਾ ਚਾਹੀਦਾ। ਲੇਕਿਨ ਅਕਸਰ ਸਾਡੇ ਇੱਥੇ ਕਿਹਾ ਜਾਂਦਾ ਕਿ ਅੱਛਾ ਰੂਜ਼ੀ ਅੱਛਾ ਸ਼ਾਇਰ ਨਹੀਂ ਹੁੰਦਾ। ਉਹ ਅਸਲ 'ਚ ਮੈਨੂੰ ਲੱਗਦਾ ਅੱਛਾ ਰੂਜ਼ੀ ਵੀ ਨਹੀਂ ਹੁੰਦਾ ਜਿਹੜਾ ਅੱਛਾ ਸ਼ਾਇਰ ਨਹੀਂ ਹੁੰਦਾ। ਸਹੀ। ਹਰ ਅੱਛਾ ਸ਼ਾਇਰ ਥੋੜ੍ਹਾ ਬਹੁਤਾ ਤਾਂ ਚਲੋ ਰੂਜ਼ੀ ਉਹਨੂੰ ਕਿਸੇ ਹੱਦ ਤੱਕ ਤੇ ਰੂਜ਼ ਦਾ ਅੰਦਾਜ਼ਾ ਹੁੰਦਾ ਹੀ ਹੈ, ਸ਼ੌਰੀ ਜਾਂ ਲਾ ਸ਼ੌਰੀ ਤੌਰ 'ਤੇ। ਅਤੇ ਮੇਰਾ ਨਹੀਂ ਖਿਆਲ ਕਿ ਉਸ ਤਰ੍ਹਾਂ ਤੁਸੀਂ ਉਹਨੂੰ ਇਹ ਕਹਿ ਸਕਦੇ ਹੋ ਕਿ ਅੱਛਾ ਰੂਜ਼ੀ ਅੱਛਾ ਸ਼ਾਇਰ ਨਹੀਂ ਹੋ ਸਕਦਾ ਜਾਂ ਔਜ਼ਾਨ ਵਗੈਰਾ। ਬਹੁਤ ਸਾਰੇ ਅਸਾਜ਼ਾ ਇੱਦਾਂ ਇਹ ਤਰੀਕਾ ਹੈ, ਮੈਂ ਕੋਈ ਖੁਦ ਇਜਾਦ ਨਹੀਂ ਕੀਤਾ ਇਹ ਤਰੀਕਾ, ਕਿ ਉਹ ਜਦੋਂ ਸਟੂਡੈਂਟ ਨੂੰ ਦੇਖਦੇ ਨੇ ਕਿ ਉਹਨੂੰ ਅਰੂਜ਼ ਨਹੀਂ ਆ ਰਿਹਾ ਤੇ ਫਿਰ ਦੋ ਹੀ ਤਰੀਕੇ ਨੇ, ਜਾਂ ਤਾਂ ਉਹਨੂੰ ਦੌੜਾ ਦਿਓ ਤੇ ਜਾਂ ਫਿਰ ਉਹਨੂੰ ਕਿਸੇ ਨਾ ਕਿਸੇ ਤਰ੍ਹਾਂ ਉਹਦੇ ਨਾਲ ਜੋੜ ਕੇ ਰੱਖੋ। ਸਹੀ ਹੈ, ਸਹੀ। ਬਹੁਤ ਸਾਰੇ ਲੋਕ ਨੇ ਉਹ ਆਉਂਦੇ ਨੇ ਆ ਕੇ ਰੋਣ ਲੱਗ ਪੈਂਦੇ ਨੇ ਕਿ ਅਸੀਂ ਜਨਾਬ ਨਹੀਂ ਲਿਖਾਂਗੇ ਮਰ ਜਾਵਾਂਗੇ, ਔਰ ਉਹ 2 ਮਹੀਨੇ ਨਹੀਂ ਕੱਢਦੇ। ਸਹੀ। ਤਾਂ ਇਹ ਇੱਕ ਤਰ੍ਹਾਂ ਦੀ ਉਕਤਾਹਟ ਜ਼ਰੂਰ ਹੈ ਆਰਟ ਦੇ ਸਾਰੇ ਮਾਮਲਾ 'ਚ ਹੁੰਦੀ ਹੈ ਕਿ ਤੁਸੀਂ ਮਸ਼ਕ ਕਰਨੀ ਹੈ। ਮਤਲਬ ਮੈਂ ਕੈਲੀਗ੍ਰਾਫੀ ਦੀ ਮਸ਼ਕ ਕਰਦਾ ਸੀ, ਸਾਰਾ ਦਿਨ ਜੀਮ ਬਣਾਈ ਜੋ, ਕਈ ਮਹੀਨੇ ਮੈਂ ਜੀਮ ਹੀ ਬਣਾਉਂਦਾ ਰਿਹਾ। ਇੱਕ ਵਕਤ ਜਾ ਕੇ ਬੰਦੇ ਨੂੰ ਉਕਤਾਹਟ ਹੁੰਦੀ ਯਾਰ ਮੈਂ ਕੀ ਕਰਨ ਡਿਆ ਅਤੇ ਹੋਣ ਹੀ ਨਹੀਂ ਡਿਆ ਮੇਰੇ ਕੋਲ। ਮੈਨੂੰ ਇਹ ਬਾਰ-ਬਾਰ ਅਹਿਸਾਸ ਹੁੰਦਾ, ਲੇਕਿਨ ਇਹ ਕੋਈ ਐਡਾ ਮਾਮਲਾ ਮੈਨੂੰ ਨਹੀਂ ਲੱਗਦਾ ਕੋਈ ਐਡਾ। ਉਸਤਾਦ ਦਾ ਕੰਮ ਹੈ
ਉਹਨੂੰ ਪਤਾ ਲੱਗਦਾ ਕਿ ਆਰਟ ਦਾ ਔਰ ਬਾਕੀ ਚੀਜ਼ਾਂ ਦਾ ਇਹੀ ਫਰਕ ਹੈ ਕਿ ਹਰ ਬੰਦੇ ਦਾ ਸਿਲੇਬਸ ਵੱਖਰਾ ਹੈ, ਹਰ ਬੰਦੇ ਦੀ ਮੁਆਵਨਤ ਵੱਖਰੀ ਹੈ, ਹਰ ਬੰਦੇ ਦੀ ਉਸਤਾਦੀ ਵੱਖਰੀ ਹੈ। ਅੱਛਾ, ਬੜੇ ਘੱਟ ਲੋਕ ਇਹ ਜਾਣਦੇ ਨੇ ਕਿ ਤੁਸੀਂ ਖਤਾਤੀ ਤੋਂ ਸ਼ਾਇਰੀ ਵੱਲ ਆਏ, ਤੇ ਇਹ ਖਤਾਤੀ ਦਾ ਸ਼ੌਕ ਕਿਵੇਂ ਤੁਹਾਡੇ ਜ਼ਿਹਨ 'ਚ ਆਇਆ ਔਰ ਕਿਸ ਤਰ੍ਹਾਂ ਤੁਸੀਂ? ਪਤਾ ਨਹੀਂ, ਲੇਕਿਨ ਹਰ ਚੀਜ਼ ਦੇ ਮੁਤਲਕ ਕੋਈ ਕਿਸੇ ਬੰਦੇ ਦਾ ਇੱਕ ਕੰਮ ਤੋਂ ਦੂਜੇ ਕੰਮ ਵੱਲ ਜਿਹੜਾ ਆਉਣਾ ਹੁੰਦਾ ਉਹਦੇ ਪਿੱਛੇ ਇੱਕ ਬਕਾਇਦਾ ਵਾਕਿਆ ਦਾ ਸੀਕੁਐਂਸ ਹੁੰਦਾ। ਉਹ ਸਾਰੇ ਡਿਸਕਸ ਨਹੀਂ ਕੀਤੇ ਜਾ ਸਕਦੇ ਔਰ ਉਹ ਡਿਸਕਸ ਕੀਤੇ ਬਗੈਰ ਉਹਨੂੰ ਸਮਝਾਇਆ ਵੀ ਨਹੀਂ ਜਾ ਸਕਦਾ। ਬਿਲਕੁਲ ਸਹੀ। ਲੇਕਿਨ ਸ਼ੁਰੂ ਦੇ ਵਿੱਚ ਜਿਨ੍ਹਾਂ ਚੀਜ਼ਾਂ ਨੇ ਮੈਨੂੰ ਬਹੁਤ ਜ਼ਿਆਦਾ ਇੰਸਪਾਇਰ ਕੀਤਾ, ਆਪਣੇ ਸ਼ਊਰ ਤੇ ਆਉਣ ਤੋਂ ਪਹਿਲੇ ਮੈਂ ਸਮਝ ਸਕਦਾ ਦੂਸਰੀ ਤੀਸਰੀ ਕਲਾਸ ਜਦੋਂ ਮੈਂ ਹੋਵਾਂਗਾ, ਤੇ ਉਹ ਖਤਾਤੀ ਸੀ। ਤੇ ਮੈਨੂੰ ਯਾਦ ਹੈ ਕਿ ਅਸੀਂ ਅੰਦਰੂਨ ਸ਼ਹਿਰ ਰਹਿੰਦੇ ਸੀ, ਰੰਗ ਮਹਿਲ ਦੇ ਕੋਲ ਇੱਕ ਜਗ੍ਹਾ ਪਾਣੀ ਵਾਲਾ ਤਲਾਬ, ਉੱਥੇ ਇੱਕ ਦੀਨ ਮੁਹੰਮਦ ਕਾਤਬ ਹੁੰਦਾ ਸੀ, ਬਹੁਤ ਆਲਾ ਖਤਾਤ ਸਨ। ਮੈਂ ਤਾਂ ਬਹੁਤ ਮੁਤਾਸਰ ਸੀ, ਸ਼ਾਇਦ ਮੈਂ ਬਹੁਤ ਬਚਪਨ ਤੋਂ ਉਹਨਾਂ ਨੂੰ ਦੇਖਿਆ। ਤੇ ਉਹ ਔਰ ਉਹਨਾਂ ਦੇ ਬੇਟੇ ਜਾਂ ਉਹਨਾਂ ਦੇ ਸ਼ਾਗਿਰਦ ਕੰਮ ਕਰਦੇ ਹੁੰਦੇ ਸਨ, ਔਰ ਮੈਂ ਘੰਟੋਂ ਖੜਾ ਹੋ ਕੇ ਦੇਖਦਾ ਹੁੰਦਾ ਸੀ। ਘਰੋਂ ਕਿਸੇ ਹੋਰ ਕੰਮ, ਘਰੋਂ ਕਿਸੇ ਨੇ ਸੌਦਾ ਲੈਣ ਭੇਜਿਆ, ਮੈਂ ਉੱਥੇ ਖਲੋ ਗਿਆ ਦੇਖਦਾ ਰਿਹਾ। ਮੈਨੂੰ ਅਹਿਸਾਸ ਹੀ ਨਹੀਂ ਹੋਇਆ ਕਿ ਮੈਂ 3 ਘੰਟੇ ਤੋਂ ਖਲੋਤਾ ਹਾਂ। ਇਸ ਤਰ੍ਹਾਂ ਕਈ ਦਫਾ ਮੇਰੇ ਨਾਲ ਹੋਇਆ। ਤੋ ਸ਼ਾਇਦ ਉਹ ਆਗਾਜ਼ ਹੋਵੇ ਮੇਰੀ ਸ਼ਾਇਰੀ ਦਾ, ਹੋ ਸਕਦਾ ਹਾਲੇ ਤੱਕ ਆਗਾਜ਼ ਹੋਇਆ ਹੀ ਨਾ ਹੋਵੇ ਮੇਰੇ ਸ਼ੇਰ ਲਿਖਣ ਦਾ। ਸੋ ਮੈਨੂੰ ਨਹੀਂ ਲੱਗਦਾ ਕਿ ਵੈਸੇ ਜ਼ਿਆਦਾ ਤੌਰ 'ਤੇ ਕਿ ਮੈਂ ਬਹੁਤ ਵੱਡਾ ਤੀਰ ਮਾਰ ਲਿਆ, ਲੇਕਿਨ ਬਸ ਠੀਕ ਹੈ, ਚੱਲਦਾ ਪਿਆ, ਚੱਲ। ਅੱਛਾ ਸਰ, ਕਿਤਾਬਾਂ ਨਾਲ ਤੁਹਾਡੀ ਬੜੀ ਜੁੜਤ ਹੈ ਔਰ ਤੁਸੀਂ ਜਿਹੜੀਆਂ ਪੁਰਾਣੀਆਂ ਕਿਤਾਬਾਂ ਮਖਤੂਤੇ ਨੇ ਉਹਨਾਂ ਦੇ ਦੀਵਾਨੇ ਹੋ, ਤੇ ਇਹ ਜਿਹੜੀਆਂ ਤੁਸੀਂ ਕਿਤਾਬਾਂ ਹਰ ਫਨ ਦੇ ਉੱਤੇ ਤੁਸੀਂ ਇਕੱਠੀਆਂ ਕਰਦੇ ਹੋ, ਇਹ ਸਾਰੀ ਇਹ ਸਿਲਸਿਲਾ ਹੈ, ਇਹ ਤੁਹਾਡਾ ਕੀ ਮਤਲਬ ਤੁਹਾਨੂੰ ਅੰਦਰੋਂ ਖਿੱਚ ਪੈਂਦੀ ਹੈ, ਕੀ ਵਜ੍ਹਾ ਹੈ? ਔਰ ਕਿਹਾ ਜਾਂਦਾ ਤੁਹਾਡੇ ਬਾਰੇ 'ਚ ਕਿ ਤੁਸੀਂ ਉਹ ਵੀ ਕਿਤਾਬਾਂ ਪੜ੍ਹੀਆਂ ਨੇ ਜਿਹੜੀਆਂ ਹਾਲੇ ਮਾਰਕੀਟ 'ਚ ਨਹੀਂ ਆਈਆਂ। ਨਹੀਂ, ਮੈਂ ਥੋੜ੍ਹੀ ਜਿਹੀ ਤਸਦੀਕ ਕਰਦੇ ਹਾਂ, ਹਰ ਕਿਤਾਬ ਨਹੀਂ ਮੈਂ ਇਕੱਠੀ ਕਰਦਾ। ਜਿਹੜੇ ਮੇਰੇ ਮੌਜ਼ੂਆਤ ਤੋਂ ਮੁਤਲਕ ਜਿਹੜੀਆਂ ਮੈਂ ਪੜ੍ਹਨਾ ਵਾ, ਮੈਂ ਜਿਹੜੀਆਂ ਮੈਂ ਪੜ੍ਹਨੀਆਂ ਹੁੰਦੀਆਂ ਨੇ ਉਹੀ ਮੈਂ ਲੈਣ ਜਾਂਦਾ ਵਾ। ਉਹਦੇ ਮਖਤੂਤੇ ਨੇ, ਉਹਦੀਆਂ ਚੀਜ਼ਾਂ ਨੇ। ਮਖਤੂਤਾ ਜ਼ਾਹਿਰ ਹੈ ਕੀਮਤੀ ਚੀਜ਼ ਹੁੰਦੀ, ਉਹ ਤੁਹਾਨੂੰ ਖਰੀਦਿਆ ਨਹੀਂ ਜਾ ਸਕਦਾ, ਲੇਕਿਨ ਹੈਗਾ ਕਿ ਉਹ ਜਿਹੜੇ ਮੇਰੇ ਮੌਜ਼ੂਆਤ ਨੇ ਉਹ ਮੈਂ ਦੇਖਣਾ। ਉਹ ਹਰ ਬੰਦੇ ਦਾ ਜਿਹੜਾ ਮੌਜ਼ੂ ਹੈ, ਅਗਰ ਤੁਹਾਡਾ ਮੌਜ਼ੂ ਹੈ ਅਕਾਊਂਟੈਂਟ, ਉਹ ਤਾਂ ਤੁਹਾਡੇ ਘਰ ਅਕਾਊਂਟ ਦੀ ਕਿਤਾਬਾਂ ਦੀ ਇੱਕ ਸ਼ੈਲਫ 'ਤੇ ਹੋਣੀ ਚਾਹੀਦੀ ਹੈ। ਸੋ ਮੇਰਾ ਚੂੰਕਿ ਲਿਟਰੇਚਰ ਨਾਲ ਔਰ ਇਹੋ ਜਿਹੇ ਲੂਮੋ ਫਨੂਨ ਨਾਲ ਤਾਲੁਕ ਹੈ, ਥੋੜ੍ਹੀ ਜਿਹੀ ਕਿਤਾਬਾਂ ਮੇਰੇ ਕੋਲ ਉਹਦੀਆਂ ਵੀ ਹੈਗੀਆਂ ਨੇ। ਸਰ, ਤੁਹਾਡੇ ਕੋਲ ਚੈਸ ਦੀਆਂ ਕਿੰਨੀਆਂ ਕਿਤਾਬਾਂ ਮੌਜੂਦ? ਹੁਣ ਤਾਂ ਨਹੀਂ ਹੈਗੀਆਂ, ਇੱਕ ਦੌਰ 'ਚ 1000 ਕੁਛ ਕਿਤਾਬਾਂ ਸਨ ਚੈਸ ਦਾ ਸ਼ੌਕ ਕਿਸ ਹੱਦ ਤੱਕ ਤੁਹਾਨੂੰ ਹੈ? ਚੈਸ ਮੈਂ ਖੇਡਦਾ ਹੁੰਦਾ ਸੀ, ਮੇਰੇ ਮਾਜ਼ੀ ਦਾ ਹਿੱਸਾ ਹੈ। 20 ਸਾਲ 25 ਸਾਲ ਪਹਿਲੇ ਮੈਂ ਚੈਸ ਖੇਡਣੀ ਛੱਡ ਦਿੱਤੀ ਸੀ, ਕਿਉਂਕਿ ਮੈਨੂੰ ਲੱਗਦਾ ਸੀ ਕਿ ਮੈਂ ਖਤਾਤੀ ਵੀ ਕਰਨੀ ਹੈ, ਸ਼ਾਇਰੀ ਵੀ ਕਰਨੀ ਹੈ, ਔਰ ਚੈਸ ਤੇ ਨਹੀਂ ਖੇਲੀ ਜਾ ਸਕਦੀ ਫਿਰ, ਕਿਉਂਕਿ ਸਾਰੀ ਰਾਤ ਬੋਰਡ 'ਤੇ ਬਹਿਣਾ ਤਾਂ ਕੋਈ ਕੰਮ ਨਹੀਂ। ਮੈਨੂੰ ਲੱਗਾ ਕਿ ਮੈਨੂੰ ਕੁਛ ਮਹਿਦੂਦ ਹੋਣਾ ਚਾਹੀਦਾ, ਕੁਝ ਇਹ ਨਹੀਂ ਕਿ ਜੋ ਵੀ ਕੰਮ ਕਰਨਾ ਉਹ ਕਰੀ ਜਾਣਾ। ਸੋ ਚੈਸ ਜਿਹੜਾ ਨਾ ਹੁਣ ਇੰਨੀ ਕੁ ਹੱਦ ਤੱਕ ਤਾਂ ਹੈ ਵੀ ਕਿ ਟੂਰਨਾਮੈਂਟ ਕੋ ਹੋ ਰਿਹਾ ਬੰਦਾ ਦੇਖ ਲੈਂਦਾ, ਜਿਸ ਤਰ੍ਹਾਂ ਤੁਸੀਂ ਆਮ ਸ਼ਾਇਕੀਨ ਜਿਸ ਤਰ੍ਹਾਂ ਕ੍ਰਿਕਟ ਦੇਖਦੇ ਹੋ, ਲੇਕਿਨ ਮੈਂ ਚੈਸ ਫਿਰ ਛੱਡ ਦਿੱਤੀ ਸੀ। ਅੱਛਾ, ਕੀ ਪਾਤਰ ਦਾ ਜੀਵਨਾ? ਇੱਕ ਤੁਹਾਡੀ ਕਿਤਾਬ ਆਈ ਕਹਾਣੀਆਂ ਦੀ, ਪੰਜਾਬੀ ਕਹਾਣੀਆਂ ਦੀ, ਤੇ ਇਹ ਤੁਸੀਂ ਜਿਹੜਾ ਕਹਾਣੀ ਕਿਦੋਂ ਤੁਹਾਡਾ ਲੱਗਿਆ ਕਿ ਤੁਸੀਂ ਕਹਾਣੀ ਲਿਖ ਸਕਦੇ ਹੋ, ਜਾਂ ਕਿਹੜੀ ਵਾਰਦਾਤ ਸੀ ਜਿਹਨੇ ਤੁਹਾਨੂੰ ਸ਼ਾਇਰੀ ਤੋਂ ਫਿਰ ਕਹਾਣੀਆਂ ਲੈ ਕੇ? ਨਹੀਂ, ਕੋਈ ਵਾਰਦਾਤ ਤੁਹਾਨੂੰ ਲਿਟਰੇਚਰ ਦੀ ਇੱਕ ਫੀਲਡ ਤੋਂ ਦੂਸਰੀ ਫੀਲਡ ਦੀ ਤਰਫ ਨਹੀਂ ਲੈ ਕੇ ਆਉਂਦੀ। ਇਹ ਕੋਈ ਦੋ ਅਲੱਗ-ਅਲੱਗ ਉਲੂਮ ਨਹੀਂ ਹੈ, ਇਜ਼ਹਾਰ ਦੇ ਤਰੀਕੇ ਨੇ। ਮੈਨੂੰ ਲੱਗਾ ਕਿ ਮੈਂ ਜਿਹੜੀ ਚੀਜ਼ਾਂ ਰਦੀਫ ਕਾਫੀਏ ਦੀ ਪਾਬੰਦੀ ਨਾਲ ਨਹੀਂ ਕਰ ਸਕਦਾ, ਮੈਂ ਉਹਨੂੰ ਕਹਾਣੀ ਜ਼ਾਹਿਰ ਹੈ, ਚੂੰਕਿ ਮੈਂ ਲਿਟਰੇਚਰ ਪਹਿਲੇ ਪੜ੍ਹਦਾ ਸੀ, ਸੋ ਮੈਂ ਕਹਾਣੀਕਾਰ ਵੀ ਪੜ੍ਹਦਾ ਸੀ ਪਹਿਲੇ, ਤਾਂ ਉਹਦੀ ਕੋਈ ਖਾਸ ਵਜ੍ਹਾ ਨਹੀਂ ਹੁੰਦੀ ਕਿ ਬਸ ਮੈਂ ਕਹਾਣੀ ਲਿਖਣੀ ਸ਼ੁਰੂ ਕਰ ਦਿੱਤੀ। ਕਿਤਾਬ ਦਾ ਮਾਮਲਾ ਹੈ ਕਿ ਕਿਤਾਬ ਮੇਰੇ ਨਾਲੋਂ ਜ਼ਿਆਦਾ ਮੇਰੇ ਦੋਸਤਾਂ ਦੀ ਕਿਤਾਬ ਹੈ। ਤੁਸੀਂ ਕੋਸ਼ਿਸ਼ ਕਰਦੇ ਸੀ, ਇਕਬਾਲ ਕੈਸਰ ਸਾਹਿਬ ਕੋਸ਼ਿਸ਼ ਕਰਦੇ ਸਨ, ਈਵਨਸ ਕਿ ਫਾਹਦ ਜਿਹੜਾ ਸਾਡਾ ਦੋਸਤ ਹੈ ਅਕਸ ਪਬਲਿਸ਼ਰ ਵਾਲਾ, ਉਹਨੇ ਮੈਨੂੰ ਬਾਰਹਾ ਕਿਹਾ ਕਿ ਯਾਰ ਤੁਸੀਂ ਕਿਤਾਬ ਨਹੀਂ, ਕਿਤਾਬ ਉਹਨੇ ਤਾਂ ਮੈਨੂੰ ਉਦੋਂ ਵੀ ਕਿਹਾ ਸੀ ਜਦੋਂ ਕਿਤਾਬਾਂ ਦਾ ਕੰਮ ਵੀ ਨਹੀਂ ਸੀ ਕਰਦਾ, ਕਿ ਅਗਰ ਮੈਂ ਜ਼ਿੰਦਗੀ 'ਚ ਕਿਤਾਬਾਂ ਦਾ ਕੰਮ ਕੀਤਾ ਮੈਂ ਤੁਹਾਡੀ ਕਿਤਾਬ ਜ਼ਰੂਰ ਛਾਪਾਂਗਾ। ਸੋ ਉਹਦੀ ਮਿਹਰਬਾਨੀ ਉਹਨੇ ਛਾਪੀ, ਤੇ ਉਹ ਮੈਨੂੰ ਹੁਣ ਵੀ ਨਹੀਂ ਲੱਗਦਾ ਕਿ ਬਸ ਉਹ ਕਿਤਾਬ ਪਤਾ ਨਹੀਂ ਛਪਣੀ ਚਾਹੀਦੀ ਸੀ ਕਿ ਨਹੀਂ ਛਪਣੀ ਚਾਹੀਦੀ, ਉਹ ਛਪ ਗਈ। ਪਹਿਲੀ ਕਿਹੜੀ ਕਹਾਣੀ ਸੀ ਤੁਹਾਡੀ ਜਿਹੜੀ ਤੁਸੀਂ ਪਹਿਲੀ ਕਹਾਣੀ ਜਿਹੜੀ ਤਖਲੀਕ ਕੀਤੀ? ਉਹ ਵਪਾਰੀ ਸੀ, ਉਹਨੇ ਮੈਂ ਕਹਾਣੀ ਕਿਤਾਬ 'ਚ ਸ਼ਾਮਿਲ ਕੀਤੀ। ਅੱਛਾ, ਪਹਿਲੀ ਜਿਹੜੀ ਕਹਾਣੀ ਉਹ ਸੀ, ਮੈਨੂੰ ਲੱਗਾ ਕਿ ਉਹ ਕਮਜ਼ੋਰ ਹੈ ਸ਼ਾਇਦ ਕਹਾਣੀ। ਤੁਹਾਡੀ ਮਸ਼ਕ ਦੀ ਚੀਜ਼ਾਂ ਹੁੰਦੀਆਂ ਨਾ, ਬਹੁਤ ਸਾਰੀਆਂ ਚੀਜ਼ਾਂ ਲਿਖ ਕੇ ਪਾੜ ਦਿੰਦੇ, ਜ਼ਾਇਆ ਕਰਨ ਦੇ ਕਾਬਲ ਵੀ ਹੁੰਦੀਆਂ ਨੇ। ਸੋ ਸਨਾਵਰ ਚਦਰ ਸਾਹਿਬ ਨੇ, ਅੱਲਾ ਬਖਸ਼ੇ, ਇੱਕ ਕਹਾਣੀਕਾਰ ਨੇ ਪੰਜਾਬੀ ਦੇ ਵੱਡੇ, ਉਹਨਾਂ ਨੇ ਮੈਨੂੰ ਕਿਹਾ ਤੈਨੂੰ ਲਿਖਣਾ ਆਉਂਦਾ? ਮੈਂ ਕਿਹਾ ਜੀ ਨਹੀਂ। ਕਹਿੰਦੇ ਨਹੀਂ ਤੂੰ ਕਹੋ ਤੈਨੂੰ ਲਿਖਣਾ ਆਉਂਦਾ। ਮੈਂ ਕਿਹਾ ਜੀ ਠੀਕ ਹੈ ਜੀ, ਮੈਨੂੰ ਲਿਖਣਾ ਆਉਂਦਾ। ਕਹਿੰਦੇ ਹੁਣ ਦੱਸ ਤੈਨੂੰ ਕੱਟਣਾ ਆਉਂਦਾ? ਮੈਂ ਕਿਹਾ ਜੀ ਕੱਟਣਾ ਨਹੀਂ ਆਉਂਦਾ। ਕਹਿੰਦੇ ਨਹੀਂ ਕੱਟਣਾ ਜ਼ਰੂਰ ਸੀ, ਉਹਦੇ ਬਗੈਰ ਲਿਖਣਾ ਕੁਛ ਨਹੀਂ ਹੁੰਦਾ। ਸੋ ਮੈਂ ਬਹੁਤ ਸਾਰੀਆਂ ਚੀਜ਼ਾਂ ਕੱਟ ਦਿੱਤੀਆਂ, ਬਲਕਿ ਮੈਨੂੰ ਬਹੁਤ ਸਾਰੀਆਂ ਚੀਜ਼ਾਂ ਕੱਟ ਦੇਣੀਆਂ ਚਾਹੀਦੀਆਂ ਸੀ ਕਿਤਾਬ 'ਚੋਂ ਵੀ, ਲੇਕਿਨ ਉਹ ਫਿਰ ਕਿਤਾਬ ਨਹੀਂ ਸੀ ਬਣਦੀ। ਦੋਸਤਾਂ ਨੇ ਕਿਹਾ ਨਹੀਂ ਛਾਪ।
ਲਾਜ਼ਮੀ ਤੌਰ ਤੇ ਸਰ ਇਕਬਾਲ ਕੈਸਰ ਹੋਰਾਂ ਨੇ ਬਹੁਤ ਕੋਸ਼ਿਸ਼ ਕੀਤੀ ਕਿ ਮੈਂ ਛਾਪਾਂ, ਫਿਰ ਜ਼ਿਆਦਾ ਛਪੀ। ਸਰ ਤੁਸੀਂ ਅਕਸਰ ਜ਼ਿਕਰ ਕਰਦੇ ਕਿ ਤੁਸੀਂ ਬਹੁਤ ਸਾਰੀਆਂ ਬੇਸ਼ੁਮਾਰ ਗਜ਼ਲਾਂ ਜਿਹੜੀਆਂ ਨੇ ਉਹ ਤੁਸੀਂ ਉਸਤਾਦ ਜੀ ਤੋਂ ਸਲਾਹ ਲੈਣ ਤੋਂ ਬਾਅਦ ਜਾਂ ਤੁਹਾਨੂੰ ਲੱਗਿਆ ਕਿ ਯਾਰ ਨਹੀਂ ਸਨ ਤੇ ਤੁਸੀਂ ਉੱਥੇ ਸੀੜੀਆਂ ਤੇ ਪਾਰ ਛੱਡਦੇ ਸਰ? ਹਾਂਜੀ, ਜਦੋਂ ਫਰਜ਼ ਕਰੋ ਕੋਈ ਦਰਜੀ ਕੱਪੜੇ ਸੀ, ਉਹ ਪਹਿਲੇ ਦਿਨ ਤਾਂ ਸਿੱਧਾ ਬਖਾ ਨਹੀਂ ਨਾ ਲਾ ਲੈਂਦਾ। ਉਹ ਜਿਹੜੀਆਂ ਗਜ਼ਲਾਂ ਸੀ ਉਹ ਮੈਨੂੰ ਲੱਗਾ ਕਿ ਮਸ਼ਕ ਦੇ ਤੌਰ ਤੇ ਲਿਖੀਆਂ ਹੋਈਆਂ ਨੇ, ਮਸ਼ਕ ਲੈ ਲਈ। ਮੈਂ ਜਿਹੜਾ ਕੰਮ ਸਿੱਖਣਾ, ਅਗਲੀ ਗਜ਼ਲ ਮੈਂ ਇਸ ਤੋਂ ਚੰਗੀ ਲਿਖ ਕੇ ਲਿਆਵਾਂਗਾ, ਉਹ ਉਸ ਤੋਂ ਵੀ ਅਜੀਬੋ ਗਰੀਬ ਹੁੰਦੀ ਸੀ। ਫਿਰ ਮੈਂ ਸੋਚਦਾ ਉਸ ਤੋਂ ਚੰਗੀ ਲਿਖ ਕੇ ਲਿਆਵਾਂਗਾ, ਉਹ ਹੋਰ ਅਜੀਬ ਹੋ ਜਾਂਦੀ ਸੀ। ਤੇ ਇਹ ਇੱਕ ਕੋਸ਼ਿਸ਼ ਸੀ ਸਿੱਖਣ ਦੀ, ਬੁਨਿਆਦੀ ਤੌਰ ਤੇ ਮੇਰਾ ਕੰਮ ਸੀ ਜਾਂ ਮੇਰਾ ਸ਼ੌਕ ਸੀ ਕਿ ਮੈਂ ਸਿੱਖ ਲਵਾਂ ਚੀਜ਼ਾਂ। ਚੰਗੀ ਤਖਲੀਕ ਜਿਹੜੀ ਹੋਏਗੀ ਫਿਰ ਰੱਖ ਲਿਓ, ਤੇ ਉਹ ਵੀ ਰੱਖ ਲੈਣਗੇ, ਦੋਸਤ ਵਗੈਰਾ ਰੱਖ ਲੈਣਗੇ। ਹੁਣ ਤੁਹਾਡੇ ਰਿਕਾਰਡਿੰਗਸ ਹੋ ਰਹੀਆਂ ਨੇ, ਰਿਕਾਰਡ ਵੀ ਕਰ ਦੇਣਾ ਚੀਜ਼ਾਂ। ਅੱਛਾ ਸਰ, ਕਿਤਾਬ ਦੀ ਅਸੀਂ ਗੱਲ ਕਰੀਏ, ਜਦੋਂ ਅਸੀਂ ਸ਼ਾਇਰੀ ਦੀ ਕਿਤਾਬ ਲਿਆਉਣੀ ਹੁੰਦੀ ਹੈ, ਉਸ ਕਿਤਾਬ ਦੇ ਅੰਦਰ ਕਿਆ ਇਹ ਵੀ ਜਾਂਦਾ ਸਾਜ਼ਾ ਕੁਛ ਕਹਿੰਦੇ ਨੇ ਕਿ ਜਨਾਬ 15 ਤੋਂ 20 ਸ਼ੇਰ ਕਹੋ, ਫਿਰ ਉਹਦੇ ਤੋਂ ਬਾਅਦ ਜਿਹੜਾ ਕੀ ਕਹਿੰਦੇ ਆ ਜਿਹੜੇ ਅੱਛੇ 5 ਸ਼ੇਰ ਆ ਉਹ ਤੁਸੀਂ ਉਹਦੇ ਵਿੱਚ ਜਿਹੜਾ ਗਜ਼ਲ ਦੇ ਵਿੱਚ ਰੱਖੋ। ਅਤੇ ਇਸੇ ਤਰ੍ਹਾਂ ਜਦੋਂ ਕਿਤਾਬ ਲਿਆਈ ਜਾਂਦੀ ਉਦੋਂ ਕਹਿੰਦੇ ਤੁਸੀਂ ਗਜ਼ਲਾਂ ਜਿਹੜੀਆਂ ਉਹ ਮਤਲਬ ਉਹਦੀ ਤਾਦਾਦ ਤੋਂ ਤਕਰੀਬਨ 125% ਜ਼ਿਆਦਾ ਹੋਣੀ ਚਾਹੀਦੀ ਤੁਹਾਡੀ ਗਜ਼ਲ, ਤੇ ਬਾਕੀ ਤੁਸੀਂ ਕੱਟੋ ਤੇ ਫਿਰ ਉਹਨਾਂ ਨੂੰ ਜਿਹੜਾ ਕਿਤਾਬ ਲਿਆਓ। ਇਹ ਇੰਤਖਾਬ ਦਾ ਕੀ ਸਿਲਸਿਲਾ ਹੋਣਾ ਚਾਹੀਦਾ? ਉਹ ਪਰਸੈਂਟੇਜ ਨਹੀਂ ਹੈ। ਹਾਂ, ਇੱਕ ਬੰਦੇ ਦੀਆਂ 100 ਗਜ਼ਲਾਂ ਚੋਂ ਨਿਕਲਦੀਆਂ ਹੀ 2 ਗਜ਼ਲਾਂ ਨੇ। 2 ਗਜ਼ਲਾਂ ਦੀ ਕਿਤਾਬ ਨਹੀਂ ਉਹਨੇ ਛਾਪ ਲੈਣੀ। ਇੱਕ ਤਾਂ ਮਾਮਲਾ ਹੈ ਸਿਰਫ ਇਹ ਕਿ ਸ਼ਾਇਰ ਨੂੰ ਇਹ ਪਤਾ ਹੋਣਾ ਚਾਹੀਦਾ ਕਿ ਮੇਰੀ ਕਿਤਾਬ ਹੋਣ ਆ ਜਾਣੀ ਚਾਹੀਦੀ। ਔਰ ਜਦੋਂ ਉਹਨੂੰ ਇਸ ਗੱਲ ਦਾ ਪਤਾ ਲੱਗੇ ਤਾਂ ਉਹਨੂੰ ਕਿਤਾਬ ਉਸ ਤੋਂ ਪਹਿਲੇ ਕਿਤਾਬ ਨਹੀਂ ਛਾਪਣੀ ਚਾਹੀਦੀ, ਭਾਵੇਂ ਜੋ ਮਰਜ਼ੀ ਹੋ ਜਾਵੇ। ਅਗਰ ਨਹੀਂ, ਮਤਲਬ ਮੈਂ ਤੇ ਖਾਸ ਤੌਰ ਤੇ ਸ਼ਾਇਰਾਂ ਦੀ ਜਿਹਦੇ ਤੋਂ ਤਾਲੁਕ ਰੱਖਣਾ, ਤੁਸੀਂ ਦੇਖੋ ਕਿ ਉਸਤਾਦ ਦਾਮਨ ਸਾਹਿਬ ਨੇ ਆਪਣੀ ਜ਼ਿੰਦਗੀ 'ਚ ਕੋਈ ਕਿਤਾਬ ਨਹੀਂ ਛਾਪੀ। ਉਹਨਾਂ ਤੋਂ ਬਾਅਦ ਉਹਨਾਂ ਦਾ ਕਲਾਮ ਇਕੱਠਾ ਕੀਤਾ, ਅਕੈਡਮੀ ਨੇ ਇਕੱਠਾ ਕੀਤਾ, ਦਾਮਨ ਦੇ ਮੋਤੀ ਦੇ ਨਾਂ ਨਾਲ ਛਾਪ ਦਿੱਤਾ ਉਹਨਾਂ ਨੇ। ਠੀਕ, ਜਿੰਨਾ ਅੱਛਾ ਫਿਰ ਕਲਾਮ ਉਸਤਾਦ ਦਾ ਆਪਣਾ ਵੀ ਕਹਿਣਾ ਸੀ, ਕਲਾਮ ਉਹ ਹੁੰਦਾ ਜਿਹੜਾ ਲੋਕ ਯਾਦ ਰੱਖਦੇ ਨੇ। ਸ਼ਾਇਦ ਉਹ ਇਹ ਸ਼ਾਇਰੀ ਦੀ ਇੱਕ ਐਸੀ ਸਿਨਫ ਨਾਲ ਤਾਲੁਕ ਸੀ, ਉਹਨਾਂ ਨੂੰ ਉਹ ਚੀਜ਼ਾਂ ਯਾਦ ਸੀ, ਲੋਕਾਂ ਨੂੰ ਉਹਨਾਂ ਦੀਆਂ ਚੀਜ਼ਾਂ ਯਾਦ ਸੀ। ਫਿਰ ਇੱਕ ਦੌਰ ਦੇ ਵਿੱਚ ਉਹਨਾਂ ਦਾ ਕਹਿਣਾ ਬਿਲਕੁਲ ਠੀਕ ਸਾਬਤ ਹੋਇਆ, ਲੋਕਾਂ ਨੂੰ ਇੰਨਾ ਕਲਾਮ ਯਾਦ ਸੀ ਕਿ ਉਹ ਇਕੱਠਾ ਕਰਕੇ ਕਿਤਾਬ ਬਣ ਗਿਆ। ਉਹਨਾਂ ਨੇ ਇਕੱਠਾ ਕਰਕੇ ਕਿਤਾਬ ਛਾਪ ਦਿੱਤੀ। ਉਸਤਾਦ ਹੋਰਾਂ ਨੇ ਆਪਣੀ ਜ਼ਿੰਦਗੀ 'ਚ ਕੋਈ ਸਾਈਂ ਜੀ ਦੇ ਵੀ ਮੁਤਲਕ ਐ ਸੀ ਕਿ ਮੈਂ ਉਹਨਾਂ ਦੀ ਆਖਰੀ ਉਮਰ 'ਚ ਇੱਕ ਰਿਟਾਇਰਡ ਹੋਣ ਵਾਲੇ ਸੀ ਗਾਲਿਬਨ AG ਆਫਿਸਰ, ਤੇ ਮੈਂ ਉਹਨਾਂ ਨੂੰ ਕਿਹਾ ਕਿ ਸਾਈਂ ਜੀ ਤੁਸੀਂ ਕੁਝ ਚੀਜ਼ਾਂ ਲਿਖਵਾ ਦਿਓ। ਤੇ ਕਹਿਣ ਲੱਗੇ ਯਾਰ ਉਹ ਫਲਾਣਾ ਵੀ ਦੋਸਤ ਮੰਗ ਰਿਹਾ ਸੀ ਇੱਕ ਕਿਤਾਬ, ਨਜ਼ਮ ਦੀ ਕਾਪੀ, ਉਹ ਲਾਮੀਆਂ ਥੱਲੇ ਆ ਉਹਨਾਂ ਦੀ ਮਸ਼ਹੂਰ ਕਾਪੀ ਮੰਗ ਰਿਹਾ ਸੀ, ਤੇ ਤੂੰ ਕਿਤਾਬਤ ਕਰ ਦੇ ਕੁਛ ਚੀਜ਼ਾਂ। ਮੈਂ ਇਸ ਬਹਾਨੇ ਨਾਲ ਕਿ ਤੁਹਾਨੂੰ ਮੈਂ ਕਿਤਾਬਤ ਕਰ ਦਿੰਦਾ ਵਾਂ ਚੀਜ਼ਾਂ, ਉਹਨਾਂ ਨੂੰ ਕਿਹਾ ਠੀਕ ਹੈ। ਮੈਂ ਉਹਨਾਂ ਕੋਲੋਂ ਕਾਗਜ਼ ਫੜਿਆ, ਪੈਨਸਲ, ਮੈਂ ਕਿਹਾ ਸਾਈਂ ਜੀ ਲਿਖਾਓ। ਉਹਨਾਂ ਨੇ ਬੋਲਣੇ ਸ਼ੁਰੂ ਕਰ ਦਿੱਤੇ। ਉਹ ਨੀਮ ਗਨੂਦਗੀ 'ਚ ਬੋਲੀ ਕਿ ਮੈਂ ਲਿਖੀ ਗਿਆ 40 ਬੰਦ ਤਕਰੀਬਨ ਮੈਂ ਉਹਨਾਂ ਦੀ ਨਜ਼ਮ ਦੇ ਲਿਖ ਲਿਆ ਲਾਮੀਆਂ ਥੱਲੇ ਆ। ਅਗਲੇ ਦਿਨ ਮੈਂ ਉਹਨੂੰ ਕਿਤਾਬਤ ਕੀਤਾ, ਉਹਨਾਂ ਨੂੰ ਪਹੁੰਚਾ ਦਿੱਤਾ। ਇਕਬਾਲ ਸਾਹਿਬ ਜਿਹੜੇ ਮੁਹੰਮਦ ਇਕਬਾਲ ਸਾਹਿਬ, ਉਹਨਾਂ ਨੂੰ ਮੈਂ ਉਦੋਂ ਵੀ ਸ਼ਾਇਦ ਇਹ ਗੱਲ ਕਹੀ ਸੀ ਕਿ ਮੇਰੀ ਕੋਸ਼ਿਸ਼ ਹੈ ਯਾਰ, ਪਤਾ ਨਹੀਂ ਇਹਨਾਂ ਨੂੰ ਕਹਿਣ ਦੇ ਬਾਵਜੂਦ ਉਹਨਾਂ ਨੇ ਕਿਤਾਬ ਛਪਵਾਉਣੀ ਕਿ ਨਹੀਂ ਛਪਵਾਉਣੀ। ਫਿਰ ਮੈਂ ਉਹਨਾਂ ਦੀ ਮੈਂ ਬੰਦਾ ਬੜਾ ਖਾਸ ਹਾਂ, ਜਿਹੜਾ ਮੁੰਡਾ ਘਰ 'ਚੋਂ ਵਿਹਲਾ ਹੈ, ਉਹ ਮੈਂ ਸਾਰੀਆਂ ਨਜ਼ਮਾਂ ਉਹਨਾਂ ਦੀਆਂ ਜਿਹੜੀਆਂ ਉਹਨਾਂ ਦੀਆਂ ਫੇਮ ਨਜ਼ਮਾਂ ਸੀ, ਕਮ ਅਜ਼ ਕਮ ਮਸ਼ਹੂਰ ਨਜ਼ਮਾਂ, ਉਹ ਸਾਰੀਆਂ ਕਿਤਾਬਤ ਕੀਤੀਆਂ। ਉਹਨਾਂ ਦੀ ਕਿਤਾਬਤ ਦੀ ਕਾਪੀ ਸ਼ਾਇਦ ਅਕੈਡਮੀ ਦੇ ਰਿਕਾਰਡ 'ਚ ਹੁਣ ਵੀ ਕਿਧਰੇ ਪਈ ਹੋਵੇ। ਲੇਕਿਨ ਕਿਸੇ ਨਾ ਕਿਸੇ ਤਰ੍ਹਾਂ ਮੁਹੰਮਦ ਇਕਬਾਲ ਸਾਹਿਬ ਨੇ ਉਹਨਾਂ ਨੂੰ ਕਾਇਲ ਕਰ ਲਿਆ ਕਿ ਕਿਤਾਬ ਛਾਪ ਜਿਹੜੀ ਨਾ ਉਹ ਤੁਸੀਂ ਛਾਪੋ। ਫਿਰ ਉਹਨਾਂ ਦੇ ਕਹਿਣ 'ਤੇ ਦਿਨ ਰਾਤ ਉਹਨਾਂ ਦੇ ਕਹਿਣ ਦੇ ਉੱਤੇ ਉਹਨਾਂ ਨੇ ਉਹ ਕਿਤਾਬ ਉਹ ਫਿਰ ਉਸ ਤੋਂ ਛਪ ਗਈ। ਵਰਨਾ ਉਹਨਾਂ ਦੀ ਵੀ ਕਿਤਾਬ ਨਹੀਂ ਸੀ ਆਣੀ। ਅਗਰ ਥੋੜ੍ਹਾ ਜਿਹਾ ਵੀ ਲੇਟ ਹੋ ਜਾਂਦੇ ਉਹਨਾਂ ਦੀ ਕਿਤਾਬ ਨਹੀਂ ਸੀ ਆਣੀ, ਕਿਉਂਕਿ ਉਹਨਾਂ ਦੀ ਕਿਤਾਬ ਉਹਨਾਂ ਦੀ ਆਖਰੀ ਉਮਰ 'ਚ ਆਈ। ਸੋ ਮੈਨੂੰ ਵੀ ਜ਼ਾਤੀ ਤੌਰ 'ਤੇ ਕਦੀ ਦਿਲਚਸਪੀ ਪੈਦਾ ਨਹੀਂ ਹੋਈ ਕਿਤਾਬ ਛਪਵਾਉਣ 'ਚ। ਚਲੋ ਕੋਈ ਨਹੀਂ, ਸਾਨੂੰ ਤਾਂ ਹੈ। ਅੱਛਾ, ਮੈਨੂੰ ਇੱਕ ਹੋਰ ਜਿਹੜਾ ਸਾਡੇ ਨਵੇਂ ਲਿਖਣ ਵਾਲਿਆਂ ਵਾਸਤੇ ਖਾਸ ਤੌਰ 'ਤੇ ਕਿਹਾ ਜਾਂਦਾ, ਜਿਸ ਤਰ੍ਹਾਂ ਤੁਸੀਂ ਕਿਹਾ ਜਿੰਨੀ ਦੇਰ ਉਸਤਾਦ ਜੀ ਜ਼ਿੰਦਾ ਸਨ ਤੁਸੀਂ ਜਿਹੜਾ ਕੀ ਕਹਿੰਦੇ ਹੁੰਦੇ ਮੁਸ਼ਾਇਰਾ ਕੋਈ ਨਹੀਂ ਪੜ੍ਹਿਆ। ਅਸੀਂ ਪਿੱਛੇ ਬੈਠ ਕੇ ਕਾਫੀ ਦੇਰ ਸੁਣਿਆ, ਫਿਰ ਉਸ ਤੋਂ ਬਾਅਦ ਸ਼ਾਇਰੀ ਕਰਨੀ ਸ਼ੁਰੂ ਕੀਤੀ, ਫਿਰ ਉਸ ਤੋਂ ਬਾਅਦ ਪੜ੍ਹਨੀ ਸ਼ੁਰੂ ਕੀਤੀ। ਅਤੇ ਤੁਹਾਨੂੰ ਕੀ ਲੱਗਦਾ ਹੈ ਕਿ ਕਿੰਨਾ ਕੁ ਤੁਹਾਨੂੰ ਮੁਤਾਲਿਆ ਕਰ ਲੈਣਾ ਚਾਹੀਦਾ ਹੈ, ਜਾਂ ਕਿੰਨਾ ਕੁ ਤੁਹਾਨੂੰ ਪੜ੍ਹ ਲੈਣਾ ਚਾਹੀਦਾ, ਜਾਂ ਸੁਣ ਲੈਣਾ ਚਾਹੀਦਾ, ਜਾਂ ਪੀਰੀਅਡ ਦੋਸਤਾਂ ਦੇ ਨਾਲ ਸਾਜ਼ਾਂ ਨਾਲ ਗੁਜ਼ਾਰ ਕੇ ਫਿਰ ਸ਼ੇਰ ਕਹਿਣਾ ਚਾਹੀਦਾ? ਨਹੀਂ, ਇਹ ਕੋਈ ਸਿਲੇਬਸ ਨਹੀਂ ਹੈ। ਮਤਲਬ ਮੈਂ ਮੇਰਾ ਲਾਸ਼ੌਰੀ ਤੌਰ 'ਤੇ ਸਮਝੋ ਇਸ ਤਰ੍ਹਾਂ ਹੋ ਗਿਆ, ਇਹ ਕੋਈ ਤੈਅਸ਼ੁਦਾ ਨਹੀਂ ਹੈ ਕਿ ਤੁਸੀਂ ਇੰਨਾ ਚਿਰ ਪੜ੍ਹੋ। ਮਤਲਬ ਮੈਂ ਕਿੰਨਾ ਜਜ਼ਬ ਕਰਨਾ ਵਾ ਇਹ ਗੱਲ ਹੈ। ਮੈਂ 1000 ਸਫ਼ਿਆਂ ਦੀ ਕਿਤਾਬ ਪੜ੍ਹ ਕੇ ਮੈਨੂੰ ਕੋਲ 2 ਸਫ਼ੇ ਵੀ ਜਜ਼ਬ ਨਹੀਂ ਹੋਏ, ਤੇ ਉਹ 1000 ਸਫ਼ਿਆਂ ਦਾ ਪੜ੍ਹਿਆ ਤੇ ਮੇਰੇ ਤਜਰਬੇ ਦਾ ਜਿਹੜਾ ਮੇਰਾ ਮੁਤਾਲਿਆ ਹਿੱਸਾ ਬਣਦਾ ਉਹ ਖੁਦ ਹੀ ਤੈਅ ਕਰਦਾ। ਮੈਂ ਇਹ ਨਹੀਂ ਕਿਹਾ ਕਿ ਪਹਿਲੇ ਬੰਦੇ ਨੂੰ ਸਿੱਖਣਾ ਚਾਹੀਦਾ। ਫਿਰ ਮੈਂ ਜਦੋਂ ਸ਼ੇਰ ਕਹਿ ਰਿਹਾ ਸੀ, ਮੈਂ ਉਹਦੇ 14 ਸਾਲ ਤਕਰੀਬਨ 14 ਸਾਲ ਤੇ ਮੈਂ ਬਕਾਇਦਾ ਸ਼ੇਰ ਕਹਿ ਰਿਹਾ ਸੀ। ਮਤਲਬ ਕੁਝ ਕਾਫੀ ਸਾਲ ਇਸ ਗੱਲ ਨੂੰ ਹੋ ਗਏ ਸਨ ਕਿ ਸਾਈਂ ਜੀ ਨੇ
ਇੱਕ ਵਕਤ 'ਚ ਮੇਰੀ ਜਿਹੜੀ ਸ਼ਾਇਰੀ ਉਹ 'ਚੋਂ ਨਕਸ ਫੜਨਾ ਛੱਡ ਦਿੱਤਾ ਸੀ। ਸਰ ਇੱਕ ਕਹਿ ਜਾਂਦਾ ਸ਼ਾਇਰੀ ਵਧੀਅਤ ਹੁੰਦੀ ਆ, ਉੱਤੋਂ ਤੁਹਾਨੂੰ ਮਿਸਰੇ ਆਉਂਦੇ ਨੇ, ਫਿਰ ਤੁਸੀਂ ਜਿਹੜਾ ਕਹਿੰਦੇ ਹੁੰਦੇ ਸ਼ੇਰ ਕਹਿੰਦੇ ਆ। ਪਤਾ ਨਹੀਂ ਮੈਨੂੰ ਸ਼ਾਇਰੀ ਦਾ ਮੇਰੇ ਖਿਆਲ ਮਜ਼ਮੂਨ ਤੁਸੀਂ ਕਹਿ ਸਕਦੇ ਹੋ ਵਧੀਅਤ ਹੁੰਦਾ, ਵਰਨਾ ਐਡਾ ਕੋਈ ਢਲਿਆ ਢਲਾਇਆ ਰਦੀਫ ਕਾਫੀਏ ਸਮੇਤ ਕਦੀ ਤੋਂ ਨਹੀਂ ਆਮਦ। ਜਿਹੜੇ ਤੁਹਾਨੂੰ ਉਹ ਤੁਸੀਂ ਇੱਕ ਸ਼ੇਰ ਲਿਖ ਲਿਆ, ਹੁਣ ਤੁਸੀਂ ਗਜ਼ਲ ਦਾ ਦੂਸਰਾ ਸ਼ੇਰ ਲਿਖਣਾ ਹੈ, ਉਹਦੀ ਆਮਦ ਉਸ ਰਦੀਫ ਕਾਫੀਏ ਨਾਲ ਹੋਣੀ ਹੈ। ਅਗਰ ਰਦੀਫ ਕਾਫੀਏ ਨਾਲ ਹੋਣੀ ਹੈ ਤੇ ਫਿਰ ਰਦੀਫ ਕਾਫੀ ਦੀ ਗਲਤੀਆਂ ਕਿਸ ਤਰ੍ਹਾਂ ਹੋ ਜਾਂਦੀਆਂ ਨੇ ਲੋਕਾਂ ਕੋਲ। ਇਹ ਹੁਣ ਤੇ ਖੈਰ ਨਫਸਿਆਤ 'ਚ ਮਸਲੇ ਤੈਅ ਹੋ ਗਏ ਨੇ, ਉਸ ਤਰ੍ਹਾਂ ਨਹੀਂ ਹੁੰਦਾ। ਹਾਂ ਕੋਈ ਟਰਾਂਸ ਹੁੰਦੀ ਹੈ, ਕੋਈ ਚੀਜ਼ ਜਿਹਦੇ 'ਚ ਤੁਸੀਂ ਸ਼ੇਰ ਕਹਿ ਰਹੇ ਹੁੰਦੇ ਉਹਦੇ ਵਿੱਚ ਹੀ ਹੁੰਦਾ, ਐਸਾ ਨਾ ਕੋਈ ਨਹੀਂ ਹੁੰਦਾ ਢਲਿਆ ਢਲਾਇਆ। ਨਸਰੀ ਨਜ਼ਮ ਦੇ ਬਾਰੇ ਤੁਹਾਡਾ ਕੀ ਖਿਆਲ ਹੈ? ਪਤਾ ਨਹੀਂ, ਨਸਰੀ ਨਜ਼ਮ ਦੇ ਮੁਤਲਕ ਮੇਰੀ ਤਰਫੋਂ ਤਵੀਲ ਖਾਮੋਸ਼ੀ ਹੈ। ਅੱਛਾ ਸਰ, ਸ਼ੇਰ ਦੀ ਤੁਸੀਂ ਤਾਰੀਫ ਕਰੋਗੇ ਤੇ ਕੀ ਕਰੋਗੇ? ਪਤਾ ਨਹੀਂ, ਮੈਨੂੰ ਤਾਂ ਲੱਗਦਾ ਕਿ ਇੱਕ ਤਾਂ ਲਗੀ ਬੰਦੀ ਤਾਰੀਫ ਹੈ ਜਿਹੜੀ ਕਦੀਮ ਅਰਬ ਤੋਂ ਇੱਥੇ ਆਈ ਹੋ, ਉਸ ਤਰ੍ਹਾਂ ਨਹੀਂ ਹੈ। ਲੇਕਿਨ ਬਸ ਸ਼ਾਇਰੀ ਹੁੰਦੀ ਹੈ, ਹੋਰ ਦੇ ਮਤਲਬ ਕੋਈ ਮਤਲਬ ਤਜਰੀਦੀ ਕੁਝ ਚੀਜ਼ਾਂ ਹੁੰਦੀਆਂ ਨੇ ਜਾਂ ਕੁਝ ਇਸ ਤਰ੍ਹਾਂ ਆਰਟ ਦੀਆਂ ਕੁਝ ਚੀਜ਼ਾਂ ਜਿਨ੍ਹਾਂ ਦੀ ਤਾਰੀਫ ਨਹੀਂ ਕੀਤੀ ਜਾ ਸਕਦੀ। ਮਤਲਬ ਤੁਸੀਂ ਫਿਰ ਨਸਰੀ ਨਜ਼ਮ ਦੀ ਕੋਈ ਤਾਰੀਫ ਕਰ ਦੇਣਾ, ਮੈਂ ਤੁਹਾਨੂੰ ਕਹਿ ਦਿਆਂਗਾ, ਜਾਂ ਪ੍ਰੋਜ਼ ਦੀ ਕੋਈ ਤਾਰੀਫ ਤੁਸੀਂ ਉਸ ਤਰ੍ਹਾਂ ਨਹੀਂ ਕਰ ਸਕਦੇ। ਚੀਜ਼ਾਂ ਨੂੰ ਇਸ ਤਰ੍ਹਾਂ ਤੁਸੀਂ ਬੰਦ ਨਹੀਂ ਕਰ ਸਕਦੇ ਇਨਵਾਈਟਡ ਕਮੈਂਟ। ਸ਼ਾਇਰੀ ਬਸ ਸ਼ਾਇਰੀ ਹੈ, ਰਿਦਮ ਉਹਦੇ 'ਚ ਇੱਕ ਚੀਜ਼ ਜ਼ਰੂਰ ਹੈ ਜਿਹੜੀ ਮੈਂ ਮੰਨਦਾ ਵਾਂ, ਉਹਦੇ ਵਿੱਚ ਇੱਕ ਰਿਦਮ ਹੁੰਦਾ ਔਰ ਉਹ ਬਾਕੀ ਤੇ ਹਰ ਜਿਹੜਾ ਕਲਾਮ ਹੈ ਉਹ ਸ਼ੇਰ ਹੋ ਸਕਦਾ, ਪਰ ਜਿਹੜਾ ਮਾਮਲਾ ਨਹੀਂ ਹੁੰਦਾ। ਬਹੁਤ ਸ਼ੁਕਰੀਆ ਸਰ ਜੀ। ਹੁਣ ਮੈਂ ਚਾਹਾਂਗਾ ਕਿ ਕੁਝ ਸਾਨੂੰ ਤੁਸੀਂ ਚੀਜ਼ਾਂ ਸੁਣਾ ਦਿਓ ਤੇ ਅਸੀਂ ਫਿਰ ਅਗਲੇ ਜਿਹੜਾ ਕਹਿ ਲਓ ਕਿ ਬੈਠਕ ਦੇ ਅੰਦਰ ਮਜ਼ੀਦ ਤੁਹਾਡੇ ਸਾਹਮਣੇ ਸਵਾਲ ਰੱਖਾਂਗੇ। ਨਜ਼ਮ ਸੂਰਜ ਦਾ ਕਾਰਟੂਨ ਜੀ। ਕਿ ਮੇਰੇ ਬੱਚੇ ਨੇ ਆਪਣੇ ਰੇਸ਼ਮੀ ਹੱਥਾਂ ਦੇ ਨਾਲ ਅੱਜ ਡਰਾਇੰਗ ਦੀ ਕਾਪੀ ਦੇ ਚਿੱਟੇ ਦਿਨ ਜਿਹੇ ਵਰਕੇ ਤੇ ਇੱਕ ਸੂਰਜ ਬਣਾਇਆ ਹੈ। ਆਹਾ। ਮੇਰੇ ਬੱਚੇ ਨੇ ਆਪਣੇ ਰੇਸ਼ਮੀ ਹੱਥਾਂ ਦੇ ਨਾਲ ਅੱਜ ਡਰਾਇੰਗ ਦੀ ਕਾਪੀ ਦੇ ਚਿੱਟੇ ਦਿਨ ਜਿਹੇ ਵਰਕੇ ਤੇ ਇੱਕ ਸੂਰਜ ਬਣਾਇਆ ਹੈ। ਕਈ ਥਾਵਾਂ ਤੋਂ ਟੇੜਾ ਮੇੜਾ ਨਾਲੇ ਫਿਸਿਆ ਸੂਰਜ, ਦੁਆਲੇ ਕੁਝ ਖੰਦੂਈਆਂ ਕਿਰਨਾਂ ਵਾਂਗੂ ਵੀ ਖਬੋਈਆਂ ਸੂ। ਕੀ ਬਾਤ ਹੈ। ਦੁਆਲੇ ਕੁਝ ਖੰਦੂਈਆਂ ਕਿਰਨਾਂ ਵਾਂਗੂ ਵੀ ਖਬੋਈਆਂ ਸੂ। ਬੜੇ ਹੀ ਸ਼ੌਕ ਨਾਲ ਉਹ ਆਪਣਾ ਇਹ ਸ਼ਾਹਕਾਰ ਮੈਨੂੰ ਵੀ ਵਿਖਾਉਂਦਾ ਏ। ਚਮਕ ਅੱਖਾਂ ਦੀ ਦੱਸਦੀ ਏ ਜਿਵੇਂ ਕੱਲ ਅੰਬਰਾਂ ਚੋਂ ਇਸੇ ਸੂਰਜ ਨੇ ਨਿਕਲਣਾ ਹੈ। ਚਮਕ ਅੱਖਾਂ ਦੀ ਦੱਸਦੀ ਏ ਜਿਵੇਂ ਕੱਲ ਅੰਬਰਾਂ ਚੋਂ ਇਸੇ ਸੂਰਜ ਨੇ ਨਿਕਲਣਾ ਹੈ। ਮਗਰ ਉਹ ਮੈਨੂੰ ਪੁੱਛਦਾ ਹੈ ਕਿ ਇਹ ਸੂਰਜ ਹੈ ਤੇ ਇਸ ਵਿੱਚ ਕਿਹੜਾ ਰੰਗ ਭਰਨਾ ਹੈ। ਮੈਂ ਉਸਦੇ ਸਾਹਮਣੇ ਖਿਲਰੇ ਹੋਏ ਕੁਝ ਰੰਗ ਵੇਖਦਾ ਹਾਂ। ਨਜ਼ਰ ਇੱਕ ਲਾਲ ਗੂੜੇ ਰੰਗ ਉੱਤੇ ਜੰਮ ਜਾਂਦੀ ਹੈ। ਕੀ ਬਾਤ ਹੈ। ਨਜ਼ਰ ਇੱਕ ਲਾਲ ਗੂੜੇ ਰੰਗ ਉੱਤੇ ਜੰਮ ਜਾਂਦੀ ਏ, ਮਗਰ ਦਿਲ ਆਖਦਾ ਏ ਇਹਨੂੰ ਰੱਤਾ ਰੰਗ ਨਾ ਦੱਸਾਂ। ਕਿਤੇ ਮੈਂ ਰੰਗ ਦੱਸਾਂ ਲਾਲ ਖਿੜਦੇ ਜਜ਼ਬਿਆਂ ਵਰਗਾ ਤੇ ਇਹ ਸੜਕਾਂ ਤੇ ਡੁੱਲੇ ਖੂਨ ਵਿੱਚ ਉਂਗਲਾਂ ਡਬੋ ਬੈਠੇ। ਕੀ ਬਾਤ। ਕਿਤੇ ਮੈਂ ਰੰਗ ਦੱਸਾਂ ਲਾਲ ਖਿੜਦੇ ਜਜ਼ਬਿਆਂ ਵਰਗਾ ਤੇ ਇਹ ਸੜਕਾਂ ਤੇ ਡੁੱਲੇ ਖੂਨ ਵਿੱਚ ਉਂਗਲਾਂ ਡਬੋ ਬੈਠੇ। ਕਿਸੇ ਖੰਜਰ ਤੇ ਲੱਗੇ ਖੂਨ ਦੀ ਲਾਲੀ ਨਾ ਲੈ ਆਵੇ। ਅਜਿਹੇ ਲਾਲ ਤੋਂ ਚੰਗਾ ਏ ਕੋਈ ਰੰਗ ਨਾ ਦੱਸਾਂ ਅਤੇ ਕੱਲ ਅੰਬਰਾਂ ਵਿੱਚੋਂ ਨਿਕਲਦਾ ਏ ਤੇ ਇਹ ਬੇਰੰਗ ਸੂਰਜ ਹੀ ਨਿਕਲ ਆਵੇ। ਵਾਹ 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 ਵਾਹ। ਘੜੀ ਰੋਕ ਦਿੱਤੀ। ਮੈਂ 11:59 ਤੇ ਤਾਰੀਖ ਬਦਲਣ ਤੋਂ ਪਹਿਲੇ ਹੀ ਰਾਤੀ ਘੜੀ ਰੋਕ ਦਿੱਤੀ। ਹਾਏ। ਮੈਂ 11:59 ਤੇ ਤਾਰੀਖ ਬਦਲਣ ਤੋਂ ਪਹਿਲੇ ਹੀ ਰਾਤੀ ਘੜੀ ਰੋਕ ਦਿੱਤੀ। ਕੈਲੰਡਰ ਦੇ ਇੱਕ ਹਾਸ਼ੀਏ ਤੇ ਪਏ ਫਰਵਰੀ ਦੇ ਮਹੀਨੇ 'ਚੋਂ 14 ਦੇ ਹਿੰਸੇ ਨੂੰ ਆਪਣੀ ਪਈ ਤੇ ਮੁਹੱਬਤ ਦਾ ਅੱਖਰ ਹੀ ਮੈਂ ਡਿਕਸ਼ਨਰੀ 'ਚੋਂ ਖੁਰਚ ਕੇ ਮਿਟਾਉਂਦਾ ਰਿਹਾ ਦਿਨ ਚੜ੍ਹਨ ਤੱਕ। ਮੁਹੱਬਤ ਦਾ ਅੱਖਰ ਤੇ ਕੀ ਖੁਰਚਣਾ ਸੀ ਸਗੋਂ ਵਰਕਾ ਪਾਟਾ। ਵਾਹ। ਮੁਹੱਬਤ ਦਾ ਅੱਖਰ ਤੇ ਕੀ ਖੁਰਚਣਾ ਸੀ ਸਗੋਂ ਵਰਕਾ ਪਾਟਾ। ਜਦੋਂ ਵਰਕਾ ਪਾਟਾ ਤੇ ਬੇਸ਼ਰਮ ਸੂਰਜ ਨੇ ਫੇਰ ਉਹ ਢੀਠਾਂ ਤਰ੍ਹਾਂ ਮੂੰਹ ਵਿਖਾਇਆ। ਮੈਂ ਸੜਕਾਂ ਤੇ ਬਾਗਾਂ ਦੇ ਬੈਂਚਾਂ ਤੋਂ ਅੜੀਏ ਤੇਰੀ ਯਾਦ ਚੁੱਕੀ ਤੇ ਕੁੱਤੀ ਸਿਆਣਫ ਦੀ ਬਾਜ਼ੀ ਵਲੇਟੀ। ਮੈਂ ਨਜ਼ਮਾਂ ਦੀ ਝੱਜਰ ਨੂੰ ਵੀ ਮਾਰ ਕੇ ਠੁੱਡ ਤੇ ਡੋਲ ਦਿੱਤਾ ਤੇ ਸਾਰੀ ਖੁਦਾਈ ਨੂੰ ਤੁਤਕਾਰ ਕੇ ਉਸ ਕੈਫੇ 'ਚ ਆਇਆ ਕਿ ਜਿੱਥੇ ਤੇਰੇ ਨਾਲ ਸ਼ਾਮਾਂ ਲੰਘਾਈਆਂ ਤੇ ਹੁਣ ਮੇਰੇ ਹਿੱਸੇ ਦੀ ਸ਼ਾਮੇ ਗਰੀਬਾਂ ਵੀ ਉੱਥੇ ਪਈ। ਹਾਏ ਵਾਹ ਵਾਹ ਵਾਹ। ਤੇ ਹੁਣ ਮੇਰੇ ਹਿੱਸੇ ਦੀ ਸ਼ਾਮੇ ਗਰੀਬਾਂ ਵੀ ਉੱਥੇ ਪਈ ਸੀ। ਮੈਂ ਪਹਿਲੇ ਤੇ ਬੇਸ਼ਰਮ ਸੂਰਜ ਦੇ ਮੂੰਹ ਤੇ ਸਿਆਹੀ ਮਲੀ, ਫਿਰ ਗੁਲਾਬਾਂ ਦੀ ਬਦਸੂਰਤੀ ਤੇ ਵੀ ਹੱਸਿਆ। ਮੈਂ ਵੇਲੇ ਨੂੰ ਵੀ ਖਿੱਚ ਕੇ ਗਾਲ ਕੱਢੀ। ਮੈਂ ਵੇਲੇ ਨੂੰ ਵੀ ਖਿੱਚ ਕੇ ਗਾਲ ਕੱਢੀ ਤੇ ਰੰਗਾਂ ਪਰਿੰਦੇ ਹਵਾ ਹੋਸ਼ ਤਾਰੇ ਖੁਸ਼ੀ ਆਰਜ਼ੂਆਂ ਉਮੰਗਾਂ ਉਮੀਦਾਂ ਖਿਆਲਾਂ ਤੇ ਖ਼ਾਬਾਂ ਨੂੰ ਧੱਕੇ ਵੀ ਮਾਰੇ। ਹਾਏ। ਖੁਸ਼ੀ ਆਰਜ਼ੂਆਂ ਉਮੰਗਾਂ ਉਮੀਦਾਂ ਖਿਆਲਾਂ ਤੇ ਖ਼ਾਬਾਂ ਨੂੰ ਧੱਕੇ ਵੀ ਮਾਰੇ। ਵਫਾ ਤੰਦਰੁਸਤੀ ਸਿਹਤ ਰਿਜ਼ਕ ਸ਼ੋਹਰਤ ਬਸੀਰਤ ਬਸਾਰਤ ਦਾ ਇਨਕਾਰ ਕੀਤਾ। ਮੈਂ ਬਦਕਿਸਮਤੀ ਸਾੜ ਸੱਤੀ ਮੁਸੀਬਤ ਨਹੂਸਤ ਮਲਾਮਤ ਦਾ ਮੱਥਾ ਵੀ ਚੁੰਮਿਆ। ਕਿਤਾਬਾਂ ਸਹੀਫੇ ਖੁਦਾ ਰੌਸ਼ਨੀ ਸ਼ਾਇਰੀ ਫਲਸਫਾ ਸਾਰੇ ਉੱਥੇ ਹੀ ਸਣ। ਮੈਂ ਜਦੋਂ ਹਿਜਰ ਨੂੰ ਆਪਣਾ ਜ਼ਾਮਨ ਬਣਾਇਆ ਮੁਹੱਬਤ ਦਾ ਦਿਨ ਸੀ ਮੈਂ ਆਪਣੇ ਤਰੀਕੇ ਦੇ ਨਾਲ ਹੀ ਮਨਾਇਆ। ਹਾਏ ਵਾਹ 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 ਵਾਹ। ਕੀ ਕਹਿਣੇ। ਨਜ਼ਮ ਜੀ
ਸ਼ਹਿਰ ਦੇ ਵਾਸੀਓ ਬੋਲਦੇ ਕਿਉਂ ਨਹੀਂ, ਇਹ ਤੇ ਦੱਸੋ ਕੀ ਵਾਪਰ ਗਈ ਸ਼ਹਿਰ ਤੇ, ਹਾਏ ਰੁੱਖਾਂ ਨੇ ਕਿਉਂ ਖਜ਼ਾਮਾਂ ਲਈ ਮੰਗੀ ਦੁਆ, ਚੰਨ ਤਾਰੇ ਹਨੇਰੇ ਦਾ ਕਾਰਨ ਬਣੇ, ਚੰਨ ਤਾਰੇ ਹਨੇਰੇ ਦਾ ਕਾਰਨ ਬਣੇ, ਚਿਹਰੇ ਹੱਸਦੇ ਨੇ ਪਰ ਅੱਖਾਂ ਵਿੱਚ ਖੌਫ ਹੈ, ਸਾਜ਼ ਵੱਜਦੇ ਨੇ ਪਰ ਚੁੱਪ ਦਾ ਰਾਜ ਹੈ। ਸ਼ਹਿਰ ਦੇ ਵਾਸੀਓ, ਹਾਏ ਹਾਏ ਹਾਏ, ਸ਼ਹਿਰ ਦੇ ਵਾਸੀਓ, ਅੱਖ ਰੋਂਦੀ ਹੀ ਨਹੀਂ ਅੱਖ ਵਹਿੰਦੀ ਵੀ ਹੈ, ਜੀਭ ਚੱਟਦੀ ਹੀ ਨਹੀਂ ਬੋਲਦੀ ਵੀ ਤੇ ਹੈ, ਹੱਥ ਉੱਕਾ ਦੁਆਵਾਂ ਲਈ ਹੁੰਦੇ ਨਹੀਂ, ਹੱਥ ਹੀਲਾ ਕਰਨ ਦਾ ਵਸੀਲਾ ਵੀ ਨਹੀਂ। ਸ਼ਹਿਰ ਦੇ ਵਾਸੀਓ ਬੋਲਦੇ ਕਿਉਂ ਨਹੀਂ, ਹਾਏ ਸ਼ਹਿਰ ਦੇ ਵਾਸੀਓ, ਇਸ ਤੋਂ ਪਹਿਲੇ ਕਿ ਭੁੱਲ ਜਾਏ ਅਗਲੀ ਨਸਲ ਬੋਲਣੇ ਦਾ ਹੁਨਰ, ਲਫ਼ਜ਼ ਅੱਡੀਆਂ ਰਗੜਦੇ ਚਲਾਣਾ ਕਰਨ, ਕੋਈ ਗੱਲ ਤੇ ਕਰੋ ਸ਼ਹਿਰ ਦੇ ਵਾਸੀਓ, ਬੋਲਦੇ ਕਿਉਂ ਨਹੀਂ, ਬੋਲਦੇ ਕਿਉਂ ਨਹੀਂ। ਵਾਹ 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 ਵਾਹ। ਜੇਕਰ ਮਾਰ ਕੇ ਸੁੱਟ ਆਇਆ ਏ ਮੇਰੇ ਵਿੱਚੋਂ ਮੈਂ, ਹਾਏ ਜੇਕਰ ਮਾਰ ਕੇ ਸੁੱਟ ਆਇਆ ਏ ਮੇਰੇ ਵਿੱਚੋਂ ਮੈਂ, ਫਿਰ ਕਿਉਂ ਚਾਨਣ ਵੱਲ ਨਹੀਂ ਆਇਆ ਹਨੇਰੇ ਵਿੱਚੋਂ ਮੈਂ, ਹਾਏ ਫਿਰ ਕਿਉਂ ਚਾਨਣ ਵੱਲ ਨਹੀਂ ਆਇਆ ਹਨੇਰੇ ਵਿੱਚੋਂ ਮੈਂ, ਉਹ ਸਦਕੇ ਜਾਵਾਂ ਅੜਿਆ ਤੇਰੀ ਚੋਣ ਦੇ ਸਦਕੇ ਜਾਵਾਂ, ਹਾਂ ਏਡੇ ਰੰਗ ਬਰੰਗੇ ਚਾਰ ਚਫੇਰੇ ਵਿੱਚੋਂ ਮੈਂ, ਵਾਹ 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 ਵਾਹ, ਏਡੇ ਰੰਗ ਬਰੰਗੇ ਚਾਰ ਚਫੇਰੇ ਵਿੱਚੋਂ ਮੈਂ, ਹੁਣ ਜੇ ਮੈਥੋਂ ਮੁੱਕਰ ਸਕਣਾ ਏ ਤੇ ਮੁੱਕਰ ਜਾ, ਹੁਣ ਤੇ ਦਿਸਣ ਲੱਗ ਪਿਆ ਵਾਂ ਤੇਰੇ ਵਿੱਚੋਂ ਮੈਂ। ਹਾਏ 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 ਹਾਏ, ਵਾਹ 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 ਵਾਹ। ਗਜ਼ਲ ਦਾ ਮਤਲਬ ਕਿ ਹੋ ਨਾ ਜਾਵਾਂ ਕਾਗਜ਼ਾਂ ਦਾ ਢੇਰ ਮੈਨੂੰ ਸਾਂਭ ਲੈ, ਹਾਏ ਹੋ ਨਾ ਜਾਵਾਂ ਕਾਗਜ਼ਾਂ ਦਾ ਢੇਰ ਮੈਨੂੰ ਸਾਂਭ ਲੈ, ਲਿਖ ਲਵੀਂ ਬਾਕੀ ਕਹਾਣੀ ਫੇਰ ਮੈਨੂੰ ਸਾਂਭ ਲੈ, ਲਿਖ ਲਵੀਂ ਬਾਕੀ ਕਹਾਣੀ ਫੇਰ ਮੈਨੂੰ ਸਾਂਭ ਲੈ, ਹਾਲੇ ਤੇ ਜੰਨਤ ਚੋਂ ਧੱਕਾ ਖਾ ਕੇ ਆਇਆ ਵਾਂ ਹੁਣੇ, ਹਾਲੇ ਤੇ ਜੰਨਤ ਚੋਂ ਧੱਕਾ ਖਾ ਕੇ ਆਇਆ ਵਾਂ ਹੁਣੇ, ਹਾਲੇ ਕਿਹੜੀ ਹੋ ਗਈ ਇਹ ਦੇਰ ਮੈਨੂੰ ਸਾਂਭ ਲੈ, ਹਾਏ 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 ਹਾਏ, ਹਾਲੇ ਕਿਹੜੀ ਹੋ ਗਈ ਇਹ ਦੇਰ ਮੈਨੂੰ ਸਾਂਭ ਲੈ, ਔਰ ਝਟਕੂ ਉਧਰ ਜੇ ਦਿਨ ਟਲਦਾ ਏ ਤੇ ਟਲ ਜਾਣ ਦੇ, ਝਟਕੂ ਉਧਰ ਜੇ ਦਿਨ ਟਲਦਾ ਏ ਤੇ ਟਲ ਜਾਣ ਦੇ, ਝਟਕੂ ਮੁਖੜੇ ਨੂੰ ਇੱਧਰ ਫੇਰ ਮੈਨੂੰ ਸਾਂਭ ਲੈ, ਵਾਹ 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 ਵਾਹ, ਝਟਕੂ ਮੁਖੜੇ ਨੂੰ ਇੱਧਰ ਫੇਰ ਮੈਨੂੰ ਸਾਂਭ ਲੈ, ਸੱਚ ਦੱਸਾਂ ਹਾਲੇ ਇੱਕ ਅੱਧੀ ਕਣੀ ਦਾ ਫਰਕ ਹੈ, ਸੱਚ ਦੱਸਾਂ ਹਾਲੇ ਇੱਕ ਅੱਧੀ ਕਣੀ ਦਾ ਫਰਕ ਹੈ, ਹਾਲੇ ਕਰ ਸਕਦੀ ਇਹ ਦੁਨੀਆ ਜ਼ੇਰ ਮੈਨੂੰ ਸਾਂਭ ਲੈ, ਹਾਲੇ ਕਰ ਸਕਦੀ ਇਹ ਦੁਨੀਆ ਜ਼ੇਰ ਮੈਨੂੰ ਸਾਂਭ ਲੈ, ਲਿਖ ਲਵੀਂ ਬਾਕੀ ਕਹਾਣੀ ਫੇਰ ਮੈਨੂੰ ਸਾਂਭ ਲੈ। ਕੀ ਬਾਤ ਹੈ, ਕੀ ਬਾਤ ਹੈ। ਪਾ ਕੇ ਬੈਠੀਏ ਪਾ ਕੇ ਆਲਣਾ ਹੁਣ ਕੰਕਰੀਟ ਤੇ। ਦੋ ਸ਼ੇਰ ਕਿ ਬੱਤੀ ਬੁਝਾ ਕੇ ਕਮਰੇ ਦੀ ਅੱਖਾਂ ਨੂੰ ਮੀਟ ਤੇ, ਬੱਤੀ ਬੁਝਾ ਕੇ ਕਮਰੇ ਦੀ ਅੱਖਾਂ ਨੂੰ ਮੀਟ ਤੇ, ਕੁਝ ਦੇਰ ਸੋਚ ਉਸ ਬਦਨ ਦੀ ਝਰੀਟ ਤੇ, ਹਾਏ 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 ਹਾਏ, ਕੁਝ ਦੇਰ ਸੋਚ ਉਸ ਬਦਨ ਦੀ ਝਰੀਟ ਤੇ, ਔਰ ਪਾਗਲ ਚਿੜੀ ਨੂੰ ਹਾੜ ਦੀ ਧੁੱਪ ਦਾ ਤੇ ਦੱਸ ਦਿਓ, ਬੈਠੀ ਏ ਪਾ ਕੇ ਆ ਲੈਣਾ ਹੁਣ ਕੰਕਰੀਟ ਤੇ, ਹਾਏ 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 ਹਾਏ, ਵਾਹ 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 ਵਾਹ। ਭਾਵੇਂ ਲੋ ਨਾ ਮਾਨਨ ਦੇ ਪੋਰਾ ਕੂ ਤੇ ਚਾਨਣ ਦੇ, ਹਾਏ ਭਾਵੇਂ ਲੋ ਨਾ ਮਾਨਨ ਦੇ ਪੋਰਾ ਕੂ ਤੇ ਚਾਨਣ ਦੇ, ਚੰਗਾ ਤਾਰੇ ਤੇਰੇ ਸਹੀ ਵਿੱਚੋਂ ਰੋਡ ਤੇ ਛਾਨਣ ਦੇ, ਹਾਏ 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 ਹਾਏ, ਵੱਖੀ ਵਿੱਚੋਂ ਨਿਕਲੀ ਸੀ ਸਦਕੇ ਜਾਵਾਂ ਹਾਨਨ ਦੇ। ਕੀ ਬਾਤ ਹੈ। ਮੇਰੀ ਮੈਂ ਨੂੰ ਗੋਲੀ ਮਾਰ ਆਪਣਾ ਆਪ ਤੇ ਜਾਣਨ ਦੇ, ਹਾਏ 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 ਹਾਏ, ਆਪਣਾ ਆਪ ਤੇ ਜਾਣਨ ਦੇ, ਚੁੱਪ ਕਰ ਬੋਲਣ ਦੇ ਉਹਨੂੰ, ਚੁੱਪ ਕਰ ਬੋਲਣ ਦੇ ਉਹਨੂੰ, ਚੁੱਪ ਕਰ ਜ਼ਾਤ ਪਛਾਣਨ ਦੇ, ਹਾਏ ਹਾਏ ਭਾਵੇਂ ਲੋ ਨਾ ਮਾਨਨ ਦੇ, ਵਾਹ 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 ਤੇ ਚਾਨਣ ਦੇ, ਵਾਹ 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 ਵਾਹ। ਬਹੁਤ ਸ਼ੁਕਰੀਆ ਉਸਤਾਦ ਜੀ, ਸਲਾਮਤ ਰਹੋ, ਜਿਉਂਦੇ ਵਾਸਤੇ ਰਹੋ, ਤੇ ਅੱਲਾਹ ਪਾਕ ਤੁਹਾਡਾ ਸਾਇਆ ਸਾਡੇ ਤੇ ਇਸੇ ਤਰ੍ਹਾਂ ਸਲਾਮਤ ਰੱਖੇ। ਬਹੁਤ ਸ਼ੁਕਰੀਆ। ਤੇ ਸੱਜਣੋ ਤੇ ਮਿੱਤਰੋ ਇਜਾਜ਼ਤ ਦਿਓ, ਅੱਲਾਹ ਹਾਫਿਜ਼।